ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਇਹ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਫॉर ਯੂਐਸ ਇਮੀਗ੍ਰੇਸ਼ਨ। ਇਸ ਵਿੱਚ ਜਿੱਥੇ ਆਪਾਂ ਅਮਰੀਕਾ ਦੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਹਨਾਂ ਵੀਡੀਓਜ਼ ਨੂੰ ਜਿਹੜਾ ਬਹੁਤ ਦੇਖਦੇ ਹੋ। ਇਹਦੇ ਨਾਲ ਨਾਲ ਸਾਡਾ ਜਿਹੜਾ ਪ੍ਰੋਗਰਾਮ ਟਿਕਟੌਕ ਤੇ ਆ ਉਹ ਵੀ ਤੁਸੀਂ ਬਹੁਤ ਜ਼ਿਆਦਾ ਉੱਥੇ ਮੈਂ ਜਿਹੜੀਆਂ ਪਾਉਣਾ ਆ ਆਪਣੀ ਕਲਿੱਪਿੰਗਸ ਉਹਨਾਂ ਨੂੰ ਦੇਖਦੇ ਹੋ। ਬਹੁਤ ਧੰਨਵਾਦੀ ਹਾਂ। ਇਸੇ ਤਰ੍ਹਾਂ ਹੀ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਤਾਂ ਕਿ ਹੋਰਾਂ ਨੂੰ ਵੀ ਇਹਦਾ ਜਿਹੜਾ ਫਾਇਦਾ ਉਹ ਹੋ ਸਕੇ। ਸੋ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੀ ਆਪਾਂ ਇੰਪੋਰਟੈਂਟ ਖਬਰਾਂ ਦੀ ਗੱਲ ਕਰਦੇ ਹਾਂ। ਸੋ ਪਹਿਲੀ ਖਬਰ ਜਿਹੜੀ ਇੰਪੋਰਟੈਂਟ ਆ ਉਹ ਇਹ ਹੈਗੀ ਆ ਕਿ ਜਿਹੜੀ US ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਆ ਸਰਕਾਰ ਨੂੰ, ਬਾਈਡਨ ਐਡਮਿਨਿਸਟ੍ਰੇਸ਼ਨ ਨੂੰ, ਕਿ ਉਹਨਾਂ ਨੂੰ ਜਿਹੜੀ ਰਿਮੇਨ ਇਨ ਮੈਕਸੀਕੋ ਪ੍ਰੋਗਰਾਮ ਸੀਗਾ ਉਹਨੂੰ ਖ਼ਤਮ ਕਰਨ ਦੀ ਆਗਿਆ ਦੇ ਦਿੱਤੀ ਹੈ। ਸੋ ਜਿਹੜੀ ਟੈਕਸਸ ਦੀ ਕੋਰਟ ਸੀਗੀ ਉਹਨੇ ਕਿਹਾ ਸੀ ਕਿ ਇਹ ਜਿਹੜਾ ਰਿਮੇਨ ਇਨ ਮੈਕਸੀਕੋ ਪ੍ਰੋਗਰਾਮ ਹੈ ਇਹ ਸਰਕਾਰ ਖ਼ਤਮ ਨਹੀਂ ਕਰ ਸਕਦੀ, ਇਹਨੂੰ ਲਾਗੂ ਕਰਨਾ ਚਾਹੀਦਾ। ਅਤੇ ਜਿਹੜੀ ਉਸ ਤੋਂ ਬਾਅਦ ਅਪੀਲ ਕੋਰਟ ਸੀ ਉਹਨੇ ਵੀ ਉਹਦੇ ਹੱਕ 'ਚ ਹੀ ਫੈਸਲਾ ਕੀਤਾ ਸੀ ਕਿ ਪ੍ਰੋਗਰਾਮ ਲਾਗੂ ਰਹਿਣਾ ਚਾਹੀਦਾ ਆ। ਪਰ ਜਿਹੜੀ US ਸੁਪਰੀਮ ਕੋਰਟ ਆ ਉਹਦੇ ਕੋਲੇ ਕੇਸ ਗਿਆ ਅਤੇ ਉਹਨਾਂ ਨੇ ਕਿਹਾ ਕਿ ਸਰਕਾਰ ਜਿਹੜੀ ਆ ਜੇ ਉਹ ਚਾਹੇ ਤਾਂ ਜਿਹੜਾ ਰਿਮੇਨ ਇਨ ਮੈਕਸੀਕੋ ਪ੍ਰੋਗਰਾਮ ਹੈ ਇਹਨੂੰ ਖ਼ਤਮ ਕਰ ਸਕਦੀ ਹੈ। ਅਤੇ ਇਹਦੇ 'ਚ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਨੇ ਉਹਨਾਂ ਨੇ ਅਕਤੂਬਰ 2021 ਦੇ ਵਿੱਚ ਇੱਕ ਮੈਮੋ ਕੱਢਿਆ ਸੀ ਅਤੇ ਇਹ ਪ੍ਰੋਗਰਾਮ ਜਿਹੜਾ ਕਿ ਪਿਛਲੀ ਸਰਕਾਰ ਨੇ ਲਾਗੂ ਕੀਤਾ ਸੀਗਾ, ਟਰੰਪ ਸਰਕਾਰ ਨੇ, ਉਹ ਉਹਨਾਂ ਨੇ ਖ਼ਤਮ ਕਰਤਾ ਸੀ ਅਤੇ ਕਿਹਾ ਸੀ ਕਿ ਇਹ ਪ੍ਰੋਗਰਾਮ ਦੇ ਤਹਿਤ ਕਾਫੀ ਜ਼ਿਆਦਾ ਲੋਕਾਂ ਦੀਆਂ ਵਾਇਲੇਸ਼ਨਸ ਹੋਈਆਂ ਨੇ ਹਿਊਮਨ ਰਾਈਟਸ ਦੀਆਂ। ਅਤੇ ਉੱਥੇ ਮੈਕਸੀਕੋ 'ਚ ਰਹਿ ਕੇ ਜਿਹੜੇ ਕੇਸ ਲੜਦੇ ਉਹਨਾਂ ਦਾ ਕਿਸੇ ਦਾ ਕੇਸ ਪਾਸ ਨਹੀਂ ਹੁੰਦਾ ਅਤੇ 90% ਤੋਂ ਉੱਪਰ ਬੰਦੇ ਜਿਹੜੇ ਨੇ ਉਹ ਉੱਥੋਂ ਡਿਪੋਰਟ ਹੁੰਦੇ ਨੇ ਜਾਂ ਕਾਫੀ ਜ਼ਿਆਦਾ ਅਬਿਊਜ਼ਸ ਦਾ ਸ਼ਿਕਾਰ ਹੁੰਦੇ ਨੇ। ਇਸ ਤੋਂ ਬਾਅਦ ਕੀ ਹੋਇਆ ਕਿ ਬਹੁਤ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਮੈਕਸੀਕੋ ਤੋਂ ਅਤੇ ਇਹ ਸਰਕਾਰ ਨੇ ਜਦੋਂ ਇਹਨੂੰ ਲਾਗੂ ਕਰਨ ਤੋਂ ਨਾ ਕਰਤੀ ਅਤੇ ਉਸ ਤੋਂ ਬਾਅਦ ਕਈ ਸਟੇਟਾਂ ਨੇ ਜਿਨ੍ਹਾਂ ਵਿੱਚ ਟੈਕਸਸ ਵੀ ਸੀਗਾ, ਇੱਕ US ਜਿਹੜੀ ਡਿਸਟ੍ਰਿਕਟ ਕੋਰਟ ਉੱਥੋਂ ਦੀ ਆ ਉਹਦੇ 'ਚ ਕੇਸ ਕੀਤਾ ਅਤੇ ਉੱਥੋਂ ਦੇ ਜੱਜ ਸਾਹਿਬ ਨੇ ਉਹਨਾਂ ਦੇ ਹੱਕ ਦੇ ਵਿੱਚ ਕੇਸ ਕੀਤਾ ਅਤੇ ਫੈਸਲਾ ਕੀਤਾ ਅਤੇ ਕਿਹਾ ਕਿ ਜਿਹੜੇ ਇਹ ਰਿਮੇਨ ਇਨ ਮੈਕਸੀਕੋ ਪਾਲਿਸੀ ਹੈ ਸਹੀ ਆ, ਇਹ ਲਾਗੂ ਹੋਣੀ ਚਾਹੀਦੀ ਆ ਅਤੇ ਇਹ ਪਾਲਿਸੀ ਜਿਹੜੀ ਹੈਗੀ ਆ ਉਹ ਕਿਉਂਕਿ ਇਹ ਇਮੀਗਰੈਂਟਸ ਨੂੰ ਇੱਥੋਂ ਇਲੀਗਲ ਇਮੀਗਰੈਂਟਸ ਨੂੰ ਆਉਣ ਤੋਂ ਰੋਕਦੀ ਆ, ਇਸ ਕਰਕੇ ਇਹ ਪਾਲਿਸੀ ਜਿਹੜੀ ਆ ਇਹ ਬਿਲਕੁਲ ਠੀਕ ਆ। ਫਿਰ ਸਰਕਾਰ ਨੂੰ ਉਹ ਪਾਲਿਸੀ ਲਾਗੂ ਕਰਨੀ ਪਈ ਕਿਉਂਕਿ ਡਿਸਟ੍ਰਿਕਟ ਕੋਰਟ ਨੇ ਇਹ ਜਿਹੜਾ ਸੀਗਾ ਆਰਡਰ ਕਰਤਾ ਸੀ। ਅਤੇ ਉਸ ਤੋਂ ਬਾਅਦ 5th ਸਰਕਟ ਦੇ ਵਿੱਚ ਕੇਸ ਗਿਆ, ਉੱਥੇ ਵੀ ਗੌਰਮੈਂਟ ਨੂੰ ਕੋਈ ਰਾਹਤ ਨਹੀਂ ਮਿਲੀ ਅਤੇ ਇਸ ਤੋਂ ਬਾਅਦ ਇਹ ਕੇਸ ਗਿਆ ਜੀ ਸੁਪਰੀਮ ਕੋਰਟ 'ਚ ਅਤੇ ਸੁਪਰੀਮ ਕੋਰਟ ਨੇ ਹੁਣ ਜਿਹੜਾ ਡਿਸੀਜਨ ਦਿੱਤਾ ਉਹ ਉਹਨਾਂ ਨੇ ਜਿਹੜੀ 5th ਸਰਕਟ ਦੀ ਆਰਗੂਮੈਂਟ ਨੂੰ ਰਿਜੈਕਟ ਕਰਕੇ ਇਹ ਕਿਹਾ ਕਿ ਸਰਕਾਰ ਦੀ ਮਰਜ਼ੀ ਆ, ਜੇ ਉਹ ਚਾਹੇ ਤਾਂ ਉਹ ਇਹ ਪ੍ਰੋਗਰਾਮ ਨੂੰ ਬੰਦ ਕਰ ਸਕਦੀ ਆ। ਉਹਨਾਂ ਦੀ ਕੋਈ ਉਹਨਾਂ ਉੱਤੇ ਇਸ ਕਿਸਮ ਦੀ ਬੰਦਿਸ਼ ਨਹੀਂ ਆ ਕਿ ਜਿਹੜਾ ਇਹ ਰਿਮੇਨ ਇਨ ਮੈਕਸੀਕੋ ਪ੍ਰੋਗਰਾਮ ਹੈ ਇਹ ਸਰਕਾਰ ਨੂੰ ਜਾਰੀ ਰੱਖਣਾ ਪੈਣਾ। ਸੋ ਇਹ ਬੜੀ ਇੰਪੋਰਟੈਂਟ ਜਿਹੜੀ ਹੈਗੀ ਆ ਉਹ ਸੁਪਰੀਮ ਕੋਰਟ ਦੀ ਰੂਲਿੰਗ ਆ ਅਤੇ ਇਹਦੇ ਨਾਲ ਹੁਣ ਜਿਹੜਾ ਰਿਮੇਨ ਇਨ ਮੈਕਸੀਕੋ ਜਿਹੜੀ ਪਾਲਿਸੀ ਸੀਗੀ ਜਿਹੜੀ ਕਿ ਪਿਛਲੀ ਟਰੰਪ ਸਰਕਾਰ ਨੇ ਬਣਾਈ ਸੀ ਉਹ ਹੁਣ ਆਲਮੋਸਟ ਜਿਹੜੀ ਆ ਉਹ ਖ਼ਤਮ ਹੋ ਗਈ ਆ। ਅਤੇ ਹੁਣ ਜਿਹੜੀ ਇਹ ਸਰਕਾਰ ਹੈਗੀ ਆ ਬਾਈਡਨ ਸਰਕਾਰ, ਇਹ ਹੁਣ ਜਿਹੜੇ ਬੰਦੇ ਇੱਥੇ ਆਉਣਗੇ ਅਸਾਈਲਮ ਕਰਨਗੇ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਰਹਿਣ ਦੀ ਕੋਈ ਵੀ ਜਿਹੜੀ ਆ ਮਜਬੂਰੀ ਨਹੀਂ ਹੋਏਗੀ, ਉਹਨਾਂ ਨੂੰ ਇੱਥੇ ਆਉਣ ਦੀ ਪਰਮਿਸ਼ਨ ਦੇਵੇਗੀ। ਇਹਦੇ ਨਾਲ ਨਾਲ ਜਿਹੜੀ ਦੂਜੀ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਕੈਲੀਫੋਰਨੀਆ ਸਟੇਟ ਦੇ ਵਿੱਚ ਕੁਝ ਨਵੇਂ ਜਿਹੜੇ ਲਾਜ਼ ਨੇ ਉਹ ਇੰਪਲੀਮੈਂਟ ਲਾਗੂ ਹੋਣ ਜਾ ਰਹੇ ਨੇ। ਇਹਨਾਂ ਵਿੱਚ ਜਿਹੜਾ ਹੈਗਾ ਉਹ ਪਹਿਲਾ ਤਾਂ ਇਹ ਹੈਗਾ ਕਿ ਗਨ ਕੰਟਰੋਲ ਲਾਜ਼, ਕਿ ਜੁਲਾਈ 1 ਤੋਂ ਕੈਲੀਫੋਰਨੀਆ ਨੇ ਜਿਹੜਾ ਹੈਗਾ ਉਹ ਐਕਸਟੈਂਡ ਕਰ ਦਿੱਤੀ ਹੈ ਮਾਈਕਰੋ ਸਟੈਂਪਿੰਗ ਰਿਕੁਆਇਰਮੈਂਟ ਫॉर handguns. So micro stamping is a process of imprinting tiny markings on cartridges that has been fired from the weapon for quicker police identification. ਤੇ ਉਹ ਲਾਅ ਜਿਹੜਾ ਹੈਗਾ ਉਹ ਡਿਪਾਰਟਮੈਂਟ ਆਫ ਜਸਟਿਸ ਨੂੰ ਇਹ ਕਹਿੰਦਾ ਕਿ ਜਿਹੜੇ ਲੈਸ ਸੇਫ ਸੈਮੀ ਆਟੋਮੈਟਿਕ ਪਿਸਟਲ ਮਾਡਲਸ ਨੇ ਅਤੇ ਜਿਹੜੇ ਕਿ ਜਾਂ ਹੈਂਡਗਨਸ ਇੱਥੇ ਸੇਲ ਹੁੰਦੀਆਂ ਨੇ ਉਹਨਾਂ ਵਾਸਤੇ ਇੱਕ ਮਾਈਕਰੋ ਸਟੈਂਪਿੰਗ ਮਾਡਲ ਜਿਹੜਾ ਹੈਗਾ ਨਿਊਜ਼ ਸਰਟੀਫਾਈਡ ਉਹ ਬਣਨਾ ਜ਼ਰੂਰੀ ਆ। ਅਤੇ ਉਹ ਜਿਹੜੀ ਪਾਲਿਸੀ ਆ ਉਹ ਹਰੇਕ ਜਿਹੜਾ
ਫਾਇਰ ਆਰਮ ਹੈ, ਖਾਸ ਕਰਕੇ ਜਿਹੜੇ ਆਟੋਮੈਟਿਕ ਮਤਲਬ ਪਿਸਟਲਸ ਨੇ ਜਾਂ ਹੈਂਡ ਗਨਸ ਨੇ ਉਹਨਾਂ 'ਤੇ ਲਾਗੂ ਹੋਏਗਾ। ਇੱਕ ਹੋਰ ਇਹਦੇ ਵਿੱਚ ਪ੍ਰੋਵੀਜ਼ਨ ਹੈਗੀ ਆ ਕਿ ਜਿਹੜੇ ਵੈਪਨਸ ਨੇ ਇਹ ਗਨ ਵਾਇਲੈਂਸ ਰਿਸਟੇਨਿੰਗ ਆਰਡਰਸ ਕਰਕੇ ਸੀਜ਼ ਕੀਤੇ ਜਾ ਸਕਦੇ ਨੇ। ਜੇ ਕਿਸੇ ਕੋਲ ਹੈਗੇ ਆ ਤਾਂ ਸਰਕਾਰ ਉਹਨਾਂ ਨੂੰ ਆਪਣੇ ਕੋਲ ਲੈ ਸਕਦੀ ਆ। ਅਤੇ ਇਹ 'ਚ ਜਿਹੜੇ ਗਨਸ ਜੇ ਉਹਨਾਂ ਨੂੰ ਇਹ ਲੱਗੇ ਵੀ ਇਹ ਜਿਸ ਬੰਦੇ ਕੋਲੇ ਗਨ ਹੈਗੀ ਆ ਉਹਦੇ ਕੋਲੇ ਕੋਈ ਉਹਦਾ ਜਿਹੜਾ ਹੈਗਾ ਉਹ ਬੈਕਗਰਾਊਂਡ ਸਹੀ ਨਹੀਂ, ਜਾਂ ਉਹਦਾ ਮੈਂਟਲ ਜਿਹੜਾ ਹੈਗਾ ਉਹ ਜੋ ਉਹਦੀ ਮੈਂਟਲ ਜਿਹੜੀ ਹੈਗੀ ਦਸ਼ਾ ਉਹ ਠੀਕ ਨਹੀਂ ਗੀ, ਉਹ ਕਿਸੇ ਡਿਪਰੈਸ਼ਨ ਦਾ ਸ਼ਿਕਾਰ ਹੈ ਜਾਂ ਕਿਸੇ ਦਿਮਾਗੀ ਬਿਮਾਰੀ ਦਾ ਸ਼ਿਕਾਰ ਹੈ, ਤਾਂ ਸਰਕਾਰ ਉਹਦੇ ਕੋਲੋਂ ਗਨ ਜਿਹੜੀ ਆ ਉਹ ਵਾਪਸ ਲੈ ਸਕਦੀ ਹੈ। ਅਤੇ ਇਹਦੇ ਨਾਲ ਨਾਲ ਜਿਹੜੀਆਂ ਗੋਸਟ ਗਨਸ ਹੁੰਦੀਆਂ ਨੇ, ਉਹਦਾ ਮਤਲਬ ਹੈ ਵੀ ਜਿਹੜੀਆਂ ਇਲੀਗਲ ਗਨਸ ਨੇ ਜਿਨ੍ਹਾਂ ਦਾ ਕੋਈ ਲਾਇਸੈਂਸ ਇਸ਼ੂ ਨਹੀਂ ਹੋਏ, ਉਹਨਾਂ ਦੇ ਉੱਤੇ ਵੀ ਸਰਕਾਰ ਸਖਤੀ ਕਰੇਗੀ। ਅਤੇ ਜੇ ਕਿਸੇ ਕੋਲ ਜਿਹੜੀ ਵੈਪਨ ਇਲੀਗਲ ਹੈ ਵਿਦਆਊਟ ਲਾਇਸੈਂਸ, ਉਹਨੂੰ ਵੀ ਸੀਜ਼ ਕੀਤਾ ਜਾਏਗਾ ਅਤੇ ਉਹਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਉਹ ਕੀਤੀ ਜਾਏਗੀ। ਦੂਜਾ ਜਿਹੜਾ ਰੂਲ ਉਹ ਹੈਗਾ ਸਕੂਲ ਦੀ ਸਟਾਰਟ ਟਾਈਮ ਨਾਲ। ਅਤੇ ਹੁਣ ਜਿੰਨੇ ਵੀ ਇੱਥੇ ਸਕੂਲ ਨੇ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਜਿਹੜੇ ਮਿਡਲ ਸਕੂਲ ਨੇ ਉਹ 8 ਵਜੇ ਸ਼ੁਰੂ ਹੋਣਗੇ, ਅਤੇ ਜਿਹੜੇ ਹਾਈ ਸਕੂਲ ਨੇ ਉਹਨਾਂ ਦਾ ਜਿਹੜਾ ਸ਼ੁਰੂ ਹੋਣ ਦਾ ਟਾਈਮ ਆ ਉਹ 8:30 ਵਜੇ ਹੋਏਗਾ। ਅਤੇ ਜਿਹੜੇ ਰੂਰਲ ਸਕੂਲ ਡਿਸਟ੍ਰਿਕਟਸ ਨੇ ਜਿੱਥੇ ਕਿ ਖੇਤੀ ਵਗੈਰਾ ਹੁੰਦੀ ਆ ਜਾਂ ਜਿੱਥੇ ਜ਼ਿਆਦਾ ਆਬਾਦੀ ਨਹੀਂ ਹੈਗੀ, ਅਤੇ ਉਹਨਾਂ ਇਲਾਕਿਆਂ ਦੇ ਵਿੱਚ ਥੋੜ੍ਹੀ ਜਿਹੀ ਰਿਲੈਕਸੇਸ਼ਨ ਆ। ਪਰ ਜਿੰਨੇ ਸ਼ਹਿਰੀ ਇਲਾਕੇ ਨੇ ਉਹਨਾਂ ਵਿੱਚ ਜਿਹੜੇ ਮਿਡਲ ਸਕੂਲਾਂ ਦਾ ਜਿਹੜਾ ਸ਼ੁਰੂ ਹੋਣ ਦਾ ਟਾਈਮ ਹੈ ਉਹ 8 ਵਜੇ ਅਤੇ ਹਾਈ ਸਕੂਲ ਦਾ 8:30 ਹੋਵੇਗਾ। ਅਗਲੀ ਜਿਹੜੀ ਖਬਰ ਆ, ਜਿਹੜੇ ਰੂਲ ਇੰਪੋਰਟੈਂਟ ਹੈਗਾ ਉਹ ਹੈਗਾ ਮਿਨੀਮਮ ਵੇਜ ਹਾਈਕ ਲਈ। ਅਤੇ ਕੈਲੀਫੋਰਨੀਆ ਨੇ ਜਿਹੜੀ ਸਿਟੀ ਆਫ ਲਾਸ ਐਂਜਲਸ ਆ ਉਹਨੇ ਇਹ ਕਹਿ ਦਿੱਤਾ ਕਿ ਜਿਹੜੀ ਮਿਨੀਮਮ ਵੇਜ ਆ ਉਹ $15 ਤੋਂ ਵਧਾ ਕੇ $16.04 ਕਰ ਦਿੱਤੀ ਆ ਸਾਰੇ ਇੰਪਲੋਈਜ਼ ਦੀ। ਅਤੇ ਇਹਦਾ ਮਤਲਬ ਆ ਵੀ ਜਿਹੜੇ ਵੀ ਇਹਦੇ 'ਚ ਕਵਰਡ ਇੰਪਲੋਈਜ਼ ਹੋਣਗੇ ਉਹ ਹੈਗੇ ਆ ਜਿਨ੍ਹਾਂ ਨੇ ਕਿ ਐਟਲੀਸਟ 2 ਆਵਰਸ ਆਫ ਵਰਕ ਕਰਦੇ ਆ ਵਿਦਨ ਐਨੀ ਵੀਕ। ਇੱਕ ਹਫ਼ਤੇ ਦੇ ਵਿੱਚ ਜੇ ਉਹ ਘੱਟੋ ਘੱਟ 2 ਘੰਟੇ ਕੰਮ ਕਰਦੇ ਆ ਸਿਟੀ ਦੇ ਵਿੱਚ, ਅਤੇ ਜਿਹੜੀ ਲਾਸ ਐਂਜਲਸ ਆ ਉਹਨੇ ਇਹ ਜਿਹੜਾ ਹੈਗਾ ਉਹ ਸਿਟੀ ਦੇ ਵਿੱਚ ਹੁਣ ਇਹ ਹੋ ਗਿਆ ਕਿ ਜਿਹੜੀ ਮਿਨੀਮਮ ਵੇਜ ਆ ਉਹ $15 ਦੀ ਬਜਾਏ ਵੱਧ ਕੇ $16.04 ਹੋ ਜਾਏਗੀ। ਇਹਦੇ ਨਾਲ ਨਾਲ ਇੱਕ ਹੋਰ ਜਿਹੜਾ ਲਾਸਟ ਇੰਪੋਰਟੈਂਟ ਕੈਲੀਫੋਰਨੀਆ ਦਾ ਇੱਕ ਹੋਰ ਸਟੈਪ ਹੈ ਉਹ ਇਹ ਆ ਕਿ ਕੈਲੀਫੋਰਨੀਆ ਸੈਟ ਟੂ ਬਿਕਮ ਫਸਟ ਸਟੇਟ ਟੂ ਪ੍ਰੋਵਾਈਡ ਫ੍ਰੀ ਹੈਲਥ ਕੇਅਰ ਟੂ ਆਲ ਲੋ ਇਨਕਮ ਇਮੀਗ੍ਰੈਂਟਸ। ਕੈਲੀਫੋਰਨੀਆ ਪਹਿਲੀ ਸਟੇਟ ਅਮਰੀਕਾ ਦੇ ਵਿੱਚ ਬਣਨ ਜਾ ਰਹੀ ਆ ਜਿਹੜੀ ਕਿ ਲੋ ਇਨਕਮ ਇਮੀਗ੍ਰੈਂਟਸ ਜਿਹੜੇ ਨੇ ਉਹਨਾਂ ਨੂੰ ਹੈਲਥ ਕੇਅਰ ਫ੍ਰੀ ਦੇਵੇਗੀ। ਉਹਨਾਂ ਦਾ ਜਿਹੜਾ ਸਟੇਟਸ ਹੈ ਉਹਨੂੰ ਚੈੱਕ ਕੀਤੇ ਬਿਨਾਂ, ਉਹਦਾ ਮਤਲਬ ਹੈ ਵੀ ਜਿਵੇਂ ਚਾਹੇ ਕੋਈ ਬੰਦਾ ਇੱਥੇ ਇਲੀਗਲੀ ਆਇਆ, ਉਹਦੇ ਕੋਲ ਵਰਕ ਪਰਮਿਟ ਨਹੀਂ, ਗ੍ਰੀਨ ਕਾਰਡ ਨਹੀਂ, ਸਿਟੀਜ਼ਨਸ਼ਿਪ ਨਹੀਂ ਹੈਗੀ, ਉਹਦਾ ਕੋਈ ਇਮੀਗ੍ਰੇਸ਼ਨ ਸਟੇਟਸ ਨਹੀਂ ਆ, ਉਹਨੂੰ ਵੀ ਜੇ ਉਹਦੀ ਲੋ ਇਨਕਮ ਹੈ ਤਾਂ ਕੈਲੀਫੋਰਨੀਆ ਉਹਨੂੰ ਫ੍ਰੀ ਹੈਲਥ ਕੇਅਰ ਪ੍ਰੋਵਾਈਡ ਕਰੇਗੀ। ਇਹ ਬਹੁਤ ਵੱਡੀ ਖਬਰ ਆ ਇਮੀਗ੍ਰੈਂਟਸ ਲਈ, ਖਾਸ ਕਰਕੇ ਉਹਨਾਂ ਇਮੀਗ੍ਰੈਂਟਸ ਲਈ ਜਿਹੜੇ ਕਿ ਅਜੇ ਅਨਡਾਕੂਮੈਂਟਡ ਨੇ, ਜਿਨ੍ਹਾਂ ਕੋਲ ਗ੍ਰੀਨ ਕਾਰਡ ਨਹੀਂ ਹੈਗੇ, ਵਰਕ ਪਰਮਿਟ ਨਹੀਂ ਹੈਗੇ। ਅਤੇ ਉਹ ਜਿਹੜੇ ਇਮੀਗ੍ਰੈਂਟਸ ਨੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਨੇ, ਜੇ ਲੋ ਇਨਕਮ ਹੈ, ਉਹਨਾਂ ਦੀ ਇਨਕਮ ਘੱਟ ਹੈ, ਤਾਂ ਉਹਨਾਂ ਨੂੰ ਫ੍ਰੀ ਹੈਲਥ ਕੇਅਰ ਦਿੱਤੀ ਜਾਏਗੀ। ਇਮੀਗ੍ਰੇਸ਼ਨ ਸਟੇਟਸ ਜਿਹੜਾ ਉਹ ਨਹੀਂ ਦੇਖਿਆ ਜਾਏਗਾ, ਇਹ ਫਰਕ ਨਹੀਂ ਕੀਤਾ ਜਾਏਗਾ ਕਿ ਇਹਦੇ ਕੋਲ ਵਰਕ ਪਰਮਿਟ ਹੈ ਜਾਂ ਗ੍ਰੀਨ ਕਾਰਡ ਆ ਜਾਂ ਇਹ ਸਿਟੀਜ਼ਨ ਆ। ਜੇ ਨਹੀਂ ਵੀ ਗ੍ਰੀਨ ਕਾਰਡ 'ਤੇ ਵਰਕ ਪਰਮਿਟ ਹੋਏਗਾ ਤਾਂ ਵੀ ਉਹਨੂੰ ਹੈਲਥ ਕੇਅਰ ਜਿਹੜੀ ਆ ਮਿਲੇਗੀ। ਸ਼ਰਤ ਇੱਕੋ ਹੀ ਆ ਕਿ ਉਹਦੀ ਜਿਹੜੀ ਹੈਗੀ ਲੋ ਇਨਕਮ ਹੋਣੀ ਚਾਹੀਦੀ ਆ। ਇਹਦੇ 'ਚ ਤਕਰੀਬਨ 7,64,000 ਲੋਕੀ ਹੋਰ ਕਵਰ ਕੀਤੇ ਜਾਣਗੇ ਅਤੇ $2.7 ਬਿਲੀਅਨ ਦਾ ਸਰਕਾਰ ਨੂੰ ਇਹਦਾ ਜਿਹੜਾ ਹੈਗਾ ਉਹ ਖਰਚਾ ਝੱਲਣਾ ਪਏਗਾ। ਪਰ ਸਰਕਾਰ ਨੇ ਇਹ ਕਿਹਾ ਕਿ ਅਸੀਂ ਇਹ ਝੱਲਣ ਨੂੰ ਤਿਆਰ ਹਾਂ। ਇੱਥੇ ਇਹ ਵੀ ਦੱਸਦਾ ਕਿ ਕੈਲੀਫੋਰਨੀਆ ਦੇ ਕੋਲ ਕਾਫੀ ਸਰਪਲਸ ਪੈਸਾ, ਪਿਛਲੇ ਸਾਲ ਵੀ ਆਹ ਸਾਲ ਵੀ ਇਹਨਾਂ ਕੋਲ ਜਿਹੜਾ ਬਜਟ ਹੈਗਾ ਉਹ ਸਰਪਲਸ ਆ, ਅਤੇ ਉਹਦੇ ਚੱਲਦੇ ਇਹਨਾਂ ਨੇ ਇਹ ਜਿਹੜੀ ਇੱਕ ਜਿਹੜਾ ਲਾਅ ਬਣਾਇਆ ਬਹੁਤ ਹੀ ਸ਼ਲਾਘਾਯੋਗ ਹੈ। ਕਿਉਂਕਿ ਬਹੁਤ ਇੱਥੇ ਇਸ ਕਿਸਮ ਦੇ ਵਿਚਾਰੇ ਇਮੀਗ੍ਰੈਂਟਸ ਨੇ ਜਿਹੜੇ ਕਿ ਅਨਡਾਕੂਮੈਂਟਡ ਨੇ, ਜਿਹਨੂੰ ਕਹਿ ਲਓ ਇਲੀਗਲ ਨੇ, ਉਹਨਾਂ ਕੋਲ ਪੇਪਰ ਹੈ ਨਹੀਂ, ਅਤੇ ਉਹਦੇ ਕਰਕੇ ਉਹਨਾਂ ਨੂੰ ਹੈਲਥ ਜਿਹੜੀ ਕਵਰੇਜ ਆ ਉਹ ਨਹੀਂ ਸੀ ਮਿਲ ਰਹੀ। ਅਮਰੀਕਾ ਦੇ ਵਿੱਚ ਇਹਦਾ ਰੂਲ ਹੈ ਕਿ ਐਮਰਜੈਂਸੀ ਦੇ ਵਿੱਚ ਕੋਈ ਵੀ ਬੰਦਾ ਜਾ ਸਕਦਾ, ਉਹਨੂੰ ਇਹ ਨਹੀਂ ਪੁੱਛਦੇ ਕਿ ਤੇਰਾ ਇਮੀਗ੍ਰੇਸ਼ਨ ਸਟੇਟਸ ਕੀ ਹੈ ਜਾਂ ਕਿੱਥੋਂ ਆਇਆ। ਪਰ ਐਮਰਜੈਂਸੀ ਤੋਂ ਬਿਨਾਂ ਜੇ ਤੁਸੀਂ ਮਤਲਬ ਕਿਸੇ ਡਾਕਟਰ ਨੂੰ ਦਿਖਾਉਣਾ ਜਾਂ ਕਿਸੇ ਡਾਕਟਰ ਕੋਲ ਵਿਜ਼ਿਟ ਕਰਨੀ ਆ, ਉਹਦੇ ਵਿੱਚ ਫਿਰ ਜਿਹੜੀ ਹੈਲਥ ਇੰਸ਼ੋਰੈਂਸ ਚਾਹੀਦੀ ਆ,
ਤੇ ਜਾਂ ਉਹਦੀਆਂ ਫਿਰ ਫੀਸਿਸ ਬਹੁਤ ਜ਼ਿਆਦਾ ਹੁੰਦੀਆਂ ਉਹਨਾਂ ਦੀਆਂ। ਤੇ ਇਹ ਹੁਣ ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋ ਇਨਕਮ ਨੇ ਉਹਨਾਂ ਨੇ ਇਹ ਕਿਹਾ ਕਿ ਉਹ ਉਹਨਾਂ ਨੂੰ ਸਰਕਾਰ ਜਿਹੜੀ ਆ ਉਹ ਹੈਲਥ ਇੰਸ਼ੋਰੈਂਸ ਫ੍ਰੀ ਜਿਹੜੀ ਹੈਗੀ ਆ ਉਹ ਦੇਵੇਗੀ, ਹੈਲਥ ਕਵਰੇਜ, ਤੇ ਉਹਦੇ ਨਾਲ ਇੱਕ ਬਹੁਤ ਵੱਡੀ ਰਾਹਤ ਉਹਨਾਂ ਲੋਕਾਂ ਨੂੰ ਮਿਲਣ ਜਾ ਰਹੀ ਆ। ਤੇ ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਹੈਗੀ ਆ ਉਹ ਹੈਗੀ ਆ ਜੀ ਕਿ ਅਫਗਾਨ ਜਿਹੜੇ ਰਿਫਿਊਜੀ ਇੱਥੇ ਆ ਰਹੇ ਨੇ ਉਹਨਾਂ ਬਾਰੇ ਜਿਹੜੀ ਖਬਰ ਇਹ ਆਈ ਆ ਕਿ ਉਹਨਾਂ ਨੂੰ 90% ਬੰਦਿਆਂ ਨੂੰ ਐਂਟਰੀ ਅਮਰੀਕਾ ਦੇ ਵਿੱਚ ਨਹੀਂ ਮਿਲ ਰਹੀ। US Citizenship and Immigration Services has denied more than 90% of requests for humanitarian parole filed by Afghans hoping to escape the Taliban and enter US through parole process। parole ਦੇ ਰਾਹੀਂ ਜਿਹੜੇ ਬੰਦਿਆਂ ਨੇ ਐਪਲੀਕੇਸ਼ਨਾਂ ਲਾਈਆਂ ਸੀ ਕਿ ਅਸੀਂ ਇੱਥੇ ਅਮਰੀਕਾ ਦੇ ਵਿੱਚ ਆਉਣਾ, ਸਾਨੂੰ ਉੱਥੇ ਬੜਾ ਖਤਰਾ ਆ, 90% ਜਿਹੜੀਆਂ ਐਪਲੀਕੇਸ਼ਨਾਂ ਨੇ ਉਹ ਡਿਨਾਈ ਕਰ ਦਿੱਤੀਆਂ ਗਈਆਂ ਨੇ ਅਮਰੀਕਾ ਸਰਕਾਰ ਵੱਲੋਂ। ਅਮਰੀਕਾ ਸਰਕਾਰ ਨੂੰ 46,000 ਤੋਂ ਉੱਤੇ ਐਪਲੀਕੇਸ਼ਨਾਂ ਮਿਲੀਆਂ ਸੀ ਜੁਲਾਈ 2021 ਤੋਂ ਬਾਅਦ, ਪਰ 90% ਤੋਂ ਉੱਪਰ ਨੂੰ ਡਿਨਾਈ ਜਿਹੜਾ ਹੈ ਉਹ ਕਰ ਦਿੱਤਾ ਗਿਆ। ਤੇ USCIS ਨੇ H1B ਜਿਹੜੀਆਂ ਪਟੀਸ਼ਨਸ ਹੈਗੀਆਂ ਜਿਹੜੇ ਕਿ ਮਤਲਬ ਕੰਮ ਦੇ ਰਿਲੇਟਡ ਵੀਜ਼ਾਸ ਹੁੰਦੇ ਨੇ H1, ਉਹਨਾਂ ਨੂੰ ਵੀ ਜਿਹੜਾ ਬੈਕਲੌਗ ਇੰਪਰੂਵ ਕਰਨ ਵਾਸਤੇ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਵਰਮੌਂਟ ਸਰਵਿਸ ਸੈਂਟਰ ਤੋਂ ਕੈਲੀਫੋਰਨੀਆ ਸਰਵਿਸ ਸੈਂਟਰ। ਤੇ ਕਿਉਂਕਿ ਵਰਮੌਂਟ ਸਰਵਿਸ ਸੈਂਟਰ ਦੇ ਵਿੱਚ ਬਹੁਤ ਜ਼ਿਆਦਾ ਡਿਲੇ ਸੀਗੀ, ਉਹਦੇ ਕਰਕੇ ਉਹਨਾਂ ਨੇ H1 ਵਾਲਿਆਂ ਨੂੰ ਸ਼ਿਫਟ ਕਰਤਾ। ਉਹਦੇ ਨਾਲ ਹੁਣ ਹੋ ਸਕਦਾ ਥੋੜ੍ਹੀ ਜਿਹੀ ਜਿਹੜੀ ਕੋਈ ਅੱਗੇ ਨਾਲੋਂ ਇੰਪਰੂਵਮੈਂਟ ਹੋਵੇ। ਇਹ ਹੁਣ ਸਮਾਂ ਹੀ ਦੱਸੂਗਾ ਕਿ ਕਿੰਨੀ ਕੁ ਇੰਪਰੂਵਮੈਂਟ ਜਿਹੜੀ ਆ ਉਹ ਹੁੰਦੀ ਆ। ਇਹਦੇ ਨਾਲ ਇੱਕ ਰਿਪੋਰਟ ਆਈ ਆ, ਉਹ ਇਹ ਕਹਿ ਰਹੀ ਆ ਕਿ ਜਿਹੜੀ ਇਮੀਗ੍ਰੇਸ਼ਨ ਸਰਵਿਸ ਆ ਇਹਦੇ ਵਿੱਚ ਬਹੁਤ ਜ਼ਿਆਦਾ ਡਿਲੇ ਆ, ਬਹੁਤ ਜ਼ਿਆਦਾ ਜਿਹੜੇ ਬੈਕਲੌਗ ਨੇ। ਤੇ ਰਿਪੋਰਟ ਇਹ ਜੂਨ 15, 2022 ਨੂੰ USCIS ਦੇ ਜਿਹੜੇ ਆਪਣੀ ਜਿਹੜੀ ਏਜੰਸੀ ਦੀ ਜਿਹੜੀ ਇੰਟਰਨਲ ਰਿਪੋਰਟ ਰਿਲੀਜ਼ ਹੋਈ ਆ, ਤੇ ਉਹਨਾਂ ਨੇ ਕਿਹਾ ਕਿ ਇਹਦੇ ਪਿੱਛੇ ਵੱਡਾ ਕਾਰਨ ਜਿਹੜਾ ਉਹ ਫੀ ਫॉर ਸਰਵਿਸ ਮਾਡਲ ਆ, ਕਿਉਂਕਿ ਅਮਰੀਕਾ ਦੇ ਵਿੱਚ ਬਾਕੀ ਏਜੰਸੀਆਂ ਇੱਦਾਂ ਨਹੀਂ ਕਰਦੀਆਂ, ਪਰ USCIS ਜਿਹੜੀ ਆ ਉਹ ਫੀ ਜਿਹੜੀ ਕੋਈ ਵੀ ਬੰਦਾ ਐਪਲੀਕੇਸ਼ਨ ਲਾਉਂਦਾ ਉਹ ਜਿਹੜੀ ਫੀਸ ਪੇ ਕਰਦਾ ਉਹਦੇ ਚੋਂ ਉਹਨਾਂ ਦੀਆਂ ਜਿਹੜੇ ਬੰਦੇ ਉੱਥੇ ਕੰਮ ਕਰਦੇ ਨੇ ਉਹਨਾਂ ਦੀਆਂ ਤਨਖਾਹਾਂ ਤੇ ਹੋਰ ਖਰਚੇ ਨਿਕਲਦੇ ਨੇ। ਤੇ ਉਹਦੇ ਕਰਕੇ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਉਹ ਡਿਲੇ ਆ, ਕਿਉਂਕਿ ਜਿਹੜੀਆਂ ਫੀਸ ਨੇ ਉਹ ਇੰਨੀਆਂ ਨਹੀਂ ਹੈਗੀਆਂ ਕਿ ਉਹ ਖਰਚੇ ਪੂਰੇ ਕਰ ਸਕਣ। ਕਿਉਂਕਿ ਹੁਣ ਜਿਵੇਂ ਇਨਫਲੇਸ਼ਨ ਹੈ ਅਮਰੀਕਾ ਦੇ ਵਿੱਚ, ਹਰ ਚੀਜ਼ ਦੀ ਕੀਮਤ ਵਧੀ ਆ, ਪਰ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਫੀਸਾਂ ਉਹ ਨਹੀਂ ਵਧੀਆਂ ਉਹਦੇ ਹਿਸਾਬ ਨਾਲ। ਉਹਦੇ ਕਰਕੇ ਮਤਲਬ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ USCIS ਨੂੰ ਬੜੀ ਦਿੱਕਤ ਆ ਰਹੀ ਆ। ਤੇ ਉਹਨਾਂ ਨੇ ਕਿਹਾ ਵੀ ਜਿਹੜੀ ਇਹ ਫੀ ਚੇਂਜ ਕਰਨੀ ਪੈਂਦੀ ਆ, ਇਹਦੇ ਵਾਸਤੇ ਪਹਿਲਾਂ ਫੈਡਰਲ ਰਜਿਸਟਰ ਦੇ ਵਿੱਚ ਪਬਲਿਸ਼ ਕਰਨਾ ਪੈਂਦਾ, ਫਿਰ ਉਦੋਂ ਬਾਅਦ ਸਰਕਾਰ ਇਹ ਫੈਸਲਾ ਕਰਦੀ ਹੈ ਕਿ ਫੀ ਨੂੰ ਇਨਕਰੀਜ਼ ਕਰੀਏ ਕਿ ਨਾ ਕਰੀਏ। ਲੇਕਿਨ ਇਹਦੇ ਨਾਲ ਉਹ ਕਹਿੰਦੇ ਆ ਕਿ ਜਿਹੜੀ ਉਹਨਾਂ ਦੀ ਵਰਕਿੰਗ ਆ ਉਹ 'ਤੇ ਬੜਾ ਅਸਰ ਪੈ ਰਿਹਾ, ਕਿਉਂਕਿ ਕੀਮਤਾਂ ਜਿਹੜੀਆਂ ਹੈਗੀਆਂ ਇਨਫਲੇਸ਼ਨ ਕਰਕੇ ਉਹ ਆਲਮੋਸਟ ਅਮਰੀਕਾ ਦੇ ਵਿੱਚ 1.5 ਜਾਂ 2 ਗੁਣਾ ਹੋ ਗਈਆਂ ਨੇ। ਪਰ ਜਿਹੜੀ ਇਮੀਗ੍ਰੇਸ਼ਨ ਦੀ ਫੀਸ ਉਹੀ ਜਿਹੜੀ 2-3 ਸਾਲ 4 ਸਾਲ ਪਹਿਲਾਂ ਸੀਗੀ, ਉਹਦੇ ਕਰਕੇ ਉਹ ਕਹਿ ਰਹੇ ਆ ਵੀ ਕਾਫੀ ਜ਼ਿਆਦਾ ਜਿਹੜਾ ਹੈਗਾ ਉਹ ਬੈਕਲੌਗ ਆ। ਤੇ ਉਹ ਇਹ ਕਹਿ ਰਹੇ ਆ ਕਿ ਇਹਨੂੰ ਇਸ ਚੀਜ਼ 'ਚੋਂ ਕੱਢਣਾ ਚਾਹੀਦਾ, ਸਰਕਾਰ ਨੂੰ ਚਾਹੀਦਾ ਵੀ ਉਹ ਫੀ ਬੇਸ ਰੂਲ ਨਾ ਰੱਖੇ, ਬਲਕਿ ਇਹਨੂੰ ਜਿਹੜਾ ਹੈਗਾ ਉਹ ਚੇਂਜ ਕਰੇ। ਉਹਦੇ ਨਾਲ ਉਹਨਾਂ ਨੇ ਕੁਝ ਸੁਝਾਅ ਵੀ ਦਿੱਤੇ ਨੇ। ਪਹਿਲਾ ਉਹਨਾਂ ਨੇ ਕਿਹਾ ਕਿ ਮਤਲਬ 5 ਚੇਂਜਸ ਉਹਨਾਂ ਨੇ ਕਿਹਾ ਹੋਣੀਆਂ ਚਾਹੀਦੀਆਂ ਨੇ। ਪਹਿਲਾ, USCIS ਮਸਟ ਰੀ-ਇੰਜੀਨੀਅਰ ਇਟਸ ਫੀ ਰਿਵਿਊ ਪ੍ਰੋਸੈਸ ਟੂ ਇਨਕਲੂਡ ਐਸਟੀਮੇਟਸ ਆਫ ਹਾਊ ਮਚ ਇਟ ਵਿਲ ਕਾਸਟ ਟੂ ਰਿਡਿਊਸ ਬੈਕਲੌਗਸ ਐਂਡ ਪ੍ਰੋਸੈਸਿੰਗ ਟਾਈਮਸ। ਕਿ USCIS ਇਹ ਦੱਸੇ ਕਿ ਕਿੰਨਾ ਉਹਨੂੰ ਹੋਰ ਖਰਚੇ ਦੀ ਲੋੜ ਹੈਗੀ ਆ ਬੈਕਲੌਗ ਨੂੰ ਰਿਮੂਵ ਕਰਨ ਵਾਸਤੇ, ਜਿਹਦੇ ਵਿੱਚ ਕਿ ਉਹਨੂੰ ਹੋਰ ਜ਼ਿਆਦਾ ਆਫਿਸਰ ਹਾਇਰ ਕਰਨੇ ਪੈਣਗੇ ਜਾਂ ਹੋਰ ਸਰਵਿਸ ਸੈਂਟਰ ਖੋਲ੍ਹਣੇ ਪੈਣਗੇ, ਜੋ ਵੀ ਕਰਨਾ ਪਵੇ ਇਹਨੂੰ ਇੰਪਰੂਵ ਕਰਨ ਵਾਸਤੇ। ਇਹ ਦੱਸੇ ਕਿ ਉਹਨੂੰ ਕਿੰਨਾ ਉਹਦਾ ਖਰਚਾ ਆ ਤੇ ਉਹਦੇ ਮੁਤਾਬਕ ਜਿਹੜੀਆਂ ਫੀਸਾਂ ਨੇ ਉਹ ਵਧਾਈਆਂ ਜਾਣ। ਦੂਜਾ, ਉਹਨਾਂ ਨੇ ਕਿਹਾ ਵੀ ਕਾਂਗਰਸ ਸ਼ੁੱਡ ਪ੍ਰੋਵਾਈਡ ਐਪਰੋਪ੍ਰੀਏਟਡ ਫੰਡਸ ਫॉर ਬੈਕਲੌਗ ਰਿਡਕਸ਼ਨ ਐਫਰਟਸ। ਕਿ ਜਿਹੜੀ ਕਾਂਗਰਸ ਹੈ, ਜਿਹੜੀ ਕਿ ਅਮਰੀਕਾ ਦੀ ਸੰਸਦ ਆ, ਉਹ ਇਹਨਾਂ ਨੂੰ ਪੈਸੇ ਦੇਵੇ, ਜਿੰਨੇ ਵੀ ਪੈਸੇ ਦੀ ਇਹਨਾਂ ਨੂੰ ਲੋੜ ਹੈਗੀ ਆ ਉਹ ਬੈਕਲੌਗ ਜਿੰਨਾ ਹੋਇਆ ਪਿਆ ਉਹਨੂੰ ਦੂਰ ਕਰਨ ਵਾਸਤੇ। ਤੀਜਾ, ਉਹਨਾਂ ਨੇ ਕਿਹਾ ਕਿ ਕਾਂਗਰਸ ਸ਼ੁੱਡ ਪ੍ਰੋਵਾਈਡ ਐਪਰੋਪ੍ਰੀਏਟਡ ਫੰਡਸ ਟੂ ਕਵਰ ਦ ਕਾਸਟ ਆਫ USCIS ਹਿਊਮੈਨਿਟੇਰੀਅਨ ਪ੍ਰੋਗਰਾਮਸ। ਜਿਹੜੇ ਆ ਰਿਫਿਊਜੀ ਤੇ ਸੈਲੀ ਪ੍ਰੋਗਰਾਮ ਨੇ ਜਿਹਦੇ ਅੰਡਰ ਲੋਕੀ ਸੈਲਮ ਅਪਲਾਈ ਕਰਦੇ ਆ ਜਾਂ ਹੋਰ ਆ, ਇਹਦੇ ਵਾਸਤੇ ਵੀ ਕਾਂਗਰਸ ਪੈਸਾ ਦੇਵੇ, ਕਿਉਂਕਿ ਅਫਸਰ ਤਾਂ ਉਨੇ ਹੀ ਨੇ, ਪਰ ਜਿਹੜੇ ਕੇਸਾਂ ਦੀ ਤਾਦਾਦ ਹੈਗੀ ਉਹ ਹੁਣ ਹੋ ਗਈ 4 ਗੁਣਾ ਅੱਗੇ ਨਾਲੋਂ।
ਤੇ ਉਹ ਜਿਹੜੇ ਅਫਸਰ ਹੈਗੇ ਆ ਉਹ ਫਿਰ ਉਹਨਾਂ ਕੋਲ ਟਾਈਮ ਨਹੀਂ ਹੈਗਾ ਐਡਜੂਡੀਕੇਟ ਕਰਨ ਦਾ, ਉਹਦੇ ਕਰਕੇ ਡਿਲੇ ਜ਼ਿਆਦਾ ਹੈਗੀ ਆ। ਤੇ ਜਿਹੜੀ ਸਰਕਾਰ ਆ ਉਹ ਇੱਕ ਬਕਾਇਦਾ ਇਹਦੇ ਵਾਸਤੇ ਜਿਹੜੇ ਜਿੰਨੇ ਵੀ ਪੈਸੇ ਨੇ ਉਹ ਰੱਖੇ, ਪਹਿਲਾਂ ਦੇਖੇ ਵੀ ਕਿੰਨਾ ਖਰਚਾ ਹੋਰ ਹੋਣਾ ਤੇ ਉਹਦੇ ਮੁਤਾਬਕ ਪੈਸੇ ਰੱਖੇ, ਤੇ ਜਿਹੜੀ ਫੀਸਾਂ ਇਮੀਗ੍ਰੇਸ਼ਨ ਨੂੰ ਆਪਾਂ ਦਿੰਦੇ ਆ ਉਹ ਵੀ ਵਧਾਈਆਂ ਜਾਣ। ਉਹਦੇ ਨਾਲ ਉਹਨਾਂ ਨੇ ਕਿਹਾ ਕਿ ਕਾਂਗਰਸ ਸ਼ੁੱਡ ਕ੍ਰੀਏਟ ਅ ਨਿਊ ਫਾਈਨੈਂਸਿੰਗ ਮੈਕੈਨਿਜ਼ਮ ਥਰੂ ਦ ਡਿਪਾਰਟਮੈਂਟ ਆਫ ਟ੍ਰੈਜਰੀ which USS could draw upon to cover costs associated with unexpected events। ਉਹ ਇਹ ਕਹਿ ਰਹੇ ਆ ਕਿ ਕਾਂਗਰਸ ਜਿਹੜੀ ਹੈਗੀ ਆ ਉਹ ਸਿਸਟਮ ਬਣਾਵੇ ਕਿ ਜਿਹੜਾ ਡਿਪਾਰਟਮੈਂਟ ਆਫ ਟ੍ਰੈਜਰੀ ਜਿਹੜਾ ਖਜ਼ਾਨਾ ਵਿਭਾਗ ਆ ਉਹਦੇ ਰਾਹੀਂ ਜਿਹੜੀ USCIS ਆ ਉਹਦੇ ਵਾਸਤੇ ਇੱਕ ਬਜਟ ਰੱਖਿਆ ਜਾਵੇ, ਤੇ ਉਹ ਬਜਟ ਦੇ ਵਿੱਚ ਜਿਹੜੀਆਂ ਪ੍ਰੋਵੀਜ਼ਨਸ ਹੋਣ ਕਿ ਜਦੋਂ ਵੀ ਉਹਨਾਂ ਨੂੰ ਲੋੜ ਹੋਵੇ, ਜਿੱਥੇ ਵੀ ਲੱਗੇ ਉਹਨਾਂ ਨੂੰ ਕੋਈ ਬੈਕਲੌਗ ਹੈਗਾ ਜਾਂ ਸਰਕਾਰ ਨੇ ਕੋਈ TPS ਸਟੇਟਸ ਕਰਤਾ ਜਾਂ ਕੋਈ ਇੱਦਾਂ ਦਾ ਕਿਸੇ ਨੂੰ ਕੋਈ ਰਿਲੀਫ ਦੇਤੀ ਆ ਜਿਹਦੇ ਕਰਕੇ ਹਜ਼ਾਰਾਂ ਹੀ ਐਪਲੀਕੇਸ਼ਨਾਂ ਇੱਕੋ ਦਮ ਆ ਗਈਆਂ, ਉਹਨਾਂ ਨੂੰ ਕਰਨ ਵਾਸਤੇ ਫਿਰ ਜਿੰਨੇ ਪੈਸੇ ਆ ਉਹ ਉੱਥੋਂ ਕਢਾ ਸਕਣ। ਤੇ ਪੰਜਵਾਂ ਉਹਨਾਂ ਨੇ ਕਿਹਾ ਕਿ USCIS should exercise the authority it already possesses to adjust fees every year to account for the estimates which the OMB provides concerning federal pay raises and inflation। ਉਹ ਇਹ ਕਹਿ ਰਹੇ ਆ ਕਿ USCIS ਨੂੰ ਵੀ ਆਪਣੇ ਤੌਰ ਤੇ ਵੀ ਫੀਸਾਂ ਵਧਾਉਣੀਆਂ ਚਾਹੀਦੀਆਂ ਨੇ, ਜਿੱਥੇ ਉਹ ਫੀਸਾਂ ਨੂੰ ਆਪ ਹੀ ਵਧਾ ਸਕਦੇ ਆ ਸਰਕਾਰ ਦੀ ਜਿਹੜੀ ਹੈਗੀ ਆ ਉਹ ਮਨਜ਼ੂਰੀ ਤੋਂ ਬਿਨਾਂ। ਉਹ ਡਿਪਾਰਟਮੈਂਟ ਜਿੱਥੇ ਵੀ ਫੀਸ ਵਧਾ ਸਕਦਾ ਉੱਥੇ ਵਧਾਉਣ ਦੀ ਕੋਸ਼ਿਸ਼ ਕਰੇ, ਕਿਉਂਕਿ ਜਿਹੜੀਆਂ ਫੈਡਰਲ ਪੇ ਰੇਜ਼ਸ ਨੇ ਜਾਂ ਜਿਹੜੀ ਇਨਫਲੇਸ਼ਨ ਉਹਨੂੰ ਕਵਰ ਕਰਨ ਵਾਸਤੇ ਉਹ ਖਰਚਾ ਜਿਹੜਾ ਹੈਗਾ ਉਹ ਹੁਣ ਇਸ ਟਾਈਮ 'ਤੇ ਪੂਰਾ ਨਹੀਂ ਹੋ ਰਿਹਾ, ਕਿਉਂਕਿ ਜਿਹੜਾ ਸਟਰਕਚਰ ਹੈਗਾ ਇਮੀਗ੍ਰੇਸ਼ਨ ਸਰਵਿਸ ਦਾ ਉਹ ਫੀ ਬੇਸਡ ਆ ਕਿ ਜਿਹੜੀ ਅਸੀਂ ਫੀਸ ਦਿੰਦੇ ਹਾਂ ਗੌਰਮੈਂਟ ਨੂੰ ਐਪਲੀਕੇਸ਼ਨ, ਜਿਵੇਂ N400 ਦੀ ਫੀਸ $725 ਆ, ਐਡਜਸਟਮੈਂਟ ਆਫ ਸਟੇਟਸ ਦੀ 1225 ਆ, ਵਰਕ ਪਰਮਿਟ ਦੀ 410 ਹੈ, ਜਿਹੜੀਆਂ ਇਹ ਫੀਸਾਂ ਦਿੰਦੇ ਆ ਇਹਦੇ ਰਾਹੀਂ ਉਹਨਾਂ ਦਾ ਖਰਚਾ ਚੱਲਦਾ। ਤਾਂ ਉਹ ਕਹਿ ਰਹੇ ਆ ਵੀ ਫੀਸਾਂ ਕਿਉਂਕਿ ਰਿਵਾਈਜ਼ ਨਹੀਂ ਹੋਈਆਂ, ਕੀਮਤਾਂ ਹਰ ਚੀਜ਼ ਦੀਆਂ ਵੱਧ ਗਈਆਂ, ਉਹਦੇ ਕਰਕੇ ਇਹ ਜਿਹੜਾ ਹੈਗਾ ਉਹ ਸਾਨੂੰ ਬੈਕਲੌਗ ਆ, ਤੇ ਇਹਦੇ ਵਿੱਚ ਜਿਹੜੀ USCIS ਉਹ ਆਪਣੇ ਖਰਚੇ ਪੂਰੇ ਨਹੀਂ ਕਰ ਸਕੀ, ਤੇ ਉਹਨੂੰ ਹੋਰ ਜ਼ਿਆਦਾ ਅਫਸਰ ਜ਼ਿਆਦਾ ਰਿਸੋਰਸਿਸ ਚਾਹੀਦੇ ਆ, ਉਹਦੀ ਜਿਹੜੀ ਹਾਇਰਿੰਗ ਆ ਉਹ ਨਹੀਂ ਹੋ ਸਕੀ ਕਿਉਂਕਿ ਉਹਨਾਂ ਕੋਲ ਬਜਟ ਹੈ ਨਹੀਂ। ਤੇ ਇਹ ਰਿਪੋਰਟ ਜਿਹੜੀ ਉਹਨਾਂ ਦੀ ਆਪਣੀ ਇੰਟਰਨਲ ਰਿਪੋਰਟ ਆ ਡਿਪਾਰਟਮੈਂਟ ਦੀ, ਸੋ ਉਹ ਇਹ ਕਹਿ ਰਹੀ ਆ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸਰਕਾਰ ਧਿਆਨ 'ਚ ਰੱਖੇ ਤੇ ਇਹ ਚੇਂਜਸ ਕਰੇ, ਤੇ ਜਿਹੜੀ ਸਰਕਾਰ ਆ ਉਹ ਆਪਣੇ ਵੱਲੋਂ USCIS ਨੂੰ ਫੰਡ ਕਰੇ। ਇਹ ਤੇ ਨਾ ਰਵੇ ਕਿ ਲੋਕੀ ਫੀਸ ਦੇਣਗੇ ਤਾਂ ਉਹਦੇ ਵਿੱਚੋਂ ਖਰਚਾ ਹੋਊਗਾ, ਕਿਉਂਕਿ ਹੁਣ ਬਹੁਤ ਜ਼ਿਆਦਾ ਬੈਕਲੌਗ ਆ, ਉਹਨੂੰ ਐਡਰੈਸ ਕਰਨ ਵਾਸਤੇ ਕਾਫੀ ਜ਼ਿਆਦਾ ਜਿਹੜਾ ਖਰਚਾ ਕਰਨ ਦੀ ਲੋੜ ਆ। ਤੇ ਇਹ ਸੀਗੀਆਂ ਇੰਪੋਰਟੈਂਟ ਖਬਰਾਂ ਜਿਹੜੀਆਂ ਇਸ ਵੀਕ ਦੀਆਂ। ਤੇ ਹੁਣ ਆਪਾਂ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਹੈ ਉਹ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਸਾਰਿਆਂ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਜੀ ਕਿ ਉਹ ਕਹਿ ਰਹੇ ਆ ਕਿ ਪੰਜਾਬ ਵਾਲਿਆਂ ਦੀ ਇੰਟਰਵਿਊ ਦਿੱਲੀ ਐਮਬੈਸੀ ਵਿੱਚ ਕਰਨ ਲਈ ਐਫਰਟ ਕਰੋ, ਮੁੰਬਈ ਬਹੁਤ ਜ਼ਿਆਦਾ ਡਿਸਟੈਂਸ ਆ, ਇਹਨੂੰ ਹੈ ਇਹਦੇ ਬਾਰੇ ਕਰ ਰਹੇ ਹਾਂ ਜੀ ਐਫਰਟ ਅਸੀਂ। ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਪਿਛਲੇ ਦਿਨੀ ਸੈਨੇਟਰ ਕੋਰੀ ਬੁੱਕਰ ਨੂੰ ਮਿਲਿਆ ਸੀਗਾ ਲਾਸ ਐਂਜਲਸ ਦੇ ਵਿੱਚ, ਤੇ ਉਹਨਾਂ ਨਾਲ ਜਿਹੜੀ ਮੁਲਾਕਾਤ ਹੋਈ ਉਹਦੇ ਵਿੱਚ ਇਹ ਇਸ਼ੂ ਜਿਹੜਾ ਉਹ ਰੇਜ਼ ਕੀਤਾ ਗਿਆ। ਉਹ ਬੜੇ ਇੰਪੋਰਟੈਂਟ ਜਿਹੜੇ ਸੈਨੇਟਰ ਨੇ, ਜਿਹੜੇ ਕਿ ਜਿਹੜੀਆਂ ਇੰਪੋਰਟੈਂਟ ਸੈਨੇਟ ਦੀਆਂ ਕਮੇਟੀਆਂ ਦੇ ਮੈਂਬਰ ਨੇ, ਜਿਵੇਂ ਹੋਮਲੈਂਡ ਸਿਕਿਉਰਿਟੀ ਕਮੇਟੀ ਹੋ ਗਈ, ਇਮੀਗ੍ਰੇਸ਼ਨ ਦੀ ਵੀ ਕਮੇਟੀ ਹੈ, ਤੇ ਨਿਊ ਜਰਸੀ ਉਹ ਸੈਨੇਟਰ ਨੇ, ਤੇ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ, ਤੇ ਉਹਨਾਂ ਨਾਲ ਮੈਂ ਕਾਫੀ ਇਸ਼ੂਜ਼ ਜਿਹੜੇ ਨੇ ਉਹ ਡਿਸਕਸ ਕੀਤੇ। ਇਹ ਵੀ ਕੀਤਾ ਤੇ ਹੋਰ ਵੀ ਕਈ ਇਸ਼ੂਜ਼ ਨੇ ਜਿਨ੍ਹਾਂ ਬਾਰੇ ਗੱਲਬਾਤ ਹੋਈ ਆ, ਤੇ ਜਿਹੜਾ F4 ਕੈਟੇਗਰੀ ਜਾਂ F3 ਕੈਟੇਗਰੀਜ਼ ਬੈਕਲੌਗ ਉਹਦੇ ਬਾਰੇ ਵੀ ਗੱਲ ਹੋਈ ਆ। ਤੇ ਹੁਣ ਉਹ ਇਹ ਗੱਲਾਂ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੇ ਸੈਕਟਰੀ ਨੇ ਜਾਂ ਜਿਹੜੇ USCIS ਦੇ ਡਾਇਰੈਕਟਰ ਨੇ ਉਹਨਾਂ ਕੋਲ ਰੇਜ਼ ਕਰਨਗੇ, ਤੇ ਅਗਲੇ ਮਹੀਨੇ ਜਿਵੇਂ ਅੱਜ ਜੁਲਾਈ ਦੇ ਮੇਰਾ ਖਿਆਲ 3rd ਜਾਂ 4th ਵੀਕ ਤੱਕ ਉਹਨਾਂ ਕੋਲ ਫੀਡਬੈਕ ਮਿਲੇਗਾ, ਜਿਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿਆਂਗਾ। ਪਰ ਜਿਹੜੀ ਮੀਟਿੰਗ ਸੀਗੀ ਸੈਂਟਰ ਕੋਰੀ ਬੁੱਕਰ ਨਾਲ ਉਹ ਬਹੁਤ ਵਧੀਆ ਰਹੀ, ਤੇ ਉਹਨਾਂ ਦੇ ਨਾਲ ਤਕਰੀਬਨ ਮੈਨੂੰ ਅੱਧਾ ਪੌਣਾ ਘੰਟਾ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਿਆ, ਜਿਹਦੇ ਵਿੱਚ ਕਿ ਕਾਫੀ ਉਹਨਾਂ ਨੇ ਗੱਲਬਾਤ ਜਿਹੜੀ ਆ ਉਹ ਕੀਤੀ, ਤੇ ਕਈ ਇਸ਼ੂਜ਼ ਦੇ ਉੱਤੇ ਜਿਹੜੀ ਹੈਗੀ ਆ ਉਹ ਡਿਸਕਸ਼ਨ ਹੋਈ। ਅਗਲਾ ਸਵਾਲ ਹੈ ਜੀ ਕਿ ਯੂ ਵੀਜ਼ੇ ਵਿੱਚ ਜਿਹੜਾ ਵਰਕ ਪਰਮਿਟ ਆ ਉਹ ਅਪਲਾਈ ਹੁੰਦਾ ਤਾਂ ਉਹਨੂੰ ਕਿੰਨਾ ਟਾਈਮ ਲੱਗਦਾ? ਇਹਨੂੰ ਕਾਫੀ ਟਾਈਮ ਲੱਗ ਰਿਹਾ ਜੀ, ਡਿਲੇ ਆ, ਤੇ ਇੰਨਾ ਸੌਖਾ ਨਹੀਂ ਆ ਕਿ 2-3 ਮਹੀਨੇ 'ਚ ਆ ਜਾਂਦਾ, ਕਾਫੀ ਡਿਲੇ ਹੈਗੀ ਆ। ਬਾਕੀ ਹਰੇਕ ਕੇਸ 'ਤੇ ਡਿਪੈਂਡ ਕਰਦਾ, ਡਿਲੇ ਜ਼ਰੂਰ ਆ, ਇਹਨੂੰ ਕਾਫੀ ਟਾਈਮ ਲੱਗ ਰਿਹਾ।
अगला सवाल है जी कि असैलम केस 2019 ਚ ਫਾਈਲ ਹੋ ਗਿਆ ਸੀ, ਅਪੀਲ ਕੀਤੀ ਨੂੰ 3 ਸਾਲ ਤੋਂ ਉੱਤੇ ਹੋ ਗਏ, ਕਿੰਨਾ ਟਾਈਮ ਹੋਰ ਲੱਗ ਸਕਦਾ ਹੈ? ਦੇਖੋ, ਜੇ ਤਾਂ ਤੁਸੀਂ ਅਸੈਲਮ ਕੇਸ ਫਾਈਲ ਕੀਤਾ ਤੇ ਉਸ ਤੋਂ ਬਾਅਦ ਤੁਹਾਡੀ ਕੋਈ ਇੰਟਰਵਿਊ ਨਹੀਂ ਆਈ ਤਾਂ ਜਿਹੜੀ USCIS ਹੈ ਉਹ ਜਾਂ ਤਾਂ ਇੰਟਰਵਿਊ ਜਿਹੜੀ ਆ ਉਹ ਮਹੀਨੇ 2 ਮਹੀਨੇ 'ਚ ਆ ਜਾਂਦੀ, ਜੇ ਨਹੀਂ ਆਉਂਦੀ ਤਾਂ ਕਈ ਵਾਰੀ 3-3 ਸਾਲ ਨਹੀਂ ਆਉਂਦੀ। ਤੁਸੀਂ ਰਿਕੁਐਸਟ ਕਰ ਸਕਦੇ ਹੋ, ਪਰ ਉਹਨਾਂ ਕੋਲ ਜਿਵੇਂ ਮੈਂ ਦੱਸ ਕੇ ਹਟਿਆ ਵੀ ਰਿਸੋਰਸਿਸ ਹੀ ਹੈ ਨਹੀਂ, ਤੇ ਉਹਨਾਂ ਨੇ ਸਗੋਂ ਸਰਕਾਰ ਨੂੰ ਲਿਖਿਆ ਵੀ ਸਾਡੀ ਮਦਦ ਕਰੋ, ਸਾਨੂੰ ਫੰਡਸ ਦਿਓ, ਤਾਂ ਉਹਦੇ ਕਰਕੇ ਜਿਹੜੀ ਡਿਲੇ ਬਹੁਤ ਜ਼ਿਆਦਾ, ਤੇ ਇਹਦੇ ਕਰਕੇ ਇਹ ਆਪਾਂ ਕਹਿ ਨਹੀਂ ਸਕਦੇ ਵੀ ਕਦੋਂ ਇੰਟਰਵਿਊ ਆਏਗੀ। ਬਾਕੀ ਤੁਸੀਂ ਅਪੀਲ ਦੇ ਪ੍ਰੋਸੈਸ ਬਾਰੇ ਪੁੱਛਿਆ, ਜਿਹੜੀ ਪਹਿਲੀ ਅਪੀਲ ਹੁੰਦੀ ਆ ਇਮੀਗ੍ਰੇਸ਼ਨ ਜੱਜ ਦੇ ਡਿਸੀਜਨ ਤੋਂ ਬਾਅਦ ਉਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ 'ਚ ਹੁੰਦੀ ਆ, ਉਹਦੇ ਵਿੱਚ ਤਕਰੀਬਨ 2 ਤੋਂ 2.5 ਸਾਲ ਅੱਜ ਕੱਲ੍ਹ ਲੱਗ ਰਹੇ ਆ। ਉਦੋਂ ਅੱਗੇ ਸਰਕਟ ਕੋਰਟ 'ਚ ਹੁੰਦੀ ਆ, ਉੱਥੇ ਵੀ ਟਾਈਮ ਲੱਗਦਾ ਪਰ ਇੰਨਾ ਨਹੀਂ, ਪਰ BIA ਦੇ ਵਿੱਚ 2 ਤੋਂ 2.5 ਸਾਲ ਦਾ ਟਾਈਮ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ USA ਦਾ ਸਟੂਡੈਂਟ ਵੀਜ਼ੇ 'ਤੇ ਆ ਕੇ ਅਸੈਲਮ ਲਾਵਾਂ ਤੇ ਕੀ ਅਸੈਲਮ ਮੈਂ ਲਾ ਸਕਦਾ, ਤੇ ਕੋਈ ਡਿਫਰੈਂਸ ਹੈ ਇਸ ਅਸੈਲਮ ਦੇ ਵਿੱਚ ਤੇ ਉਹਦੇ ਵਿੱਚ ਜਿਹੜੇ ਲੋਕੀ ਬਾਰਡਰ ਕ੍ਰੋਸ ਕਰਕੇ ਲਾਉਂਦੇ ਆ? ਦੇਖੋ, ਇਸ ਤਰ੍ਹਾਂ ਆ ਕਿ ਜਿਹੜਾ ਪੋਲੀਟੀਕਲ ਅਸੈਲਮ ਦਾ ਕੇਸ ਆ ਉਹ ਕੋਈ ਬੰਦਾ ਵੀ ਲਾ ਸਕਦਾ, ਚਾਹੇ ਉਹ ਸਟੂਡੈਂਟ ਵੀਜ਼ੇ 'ਤੇ ਆਇਆ, ਚਾਹੇ ਵਿਜ਼ਟਰ 'ਤੇ ਆਇਆ, ਚਾਹੇ ਉਹ ਬਾਰਡਰ ਕ੍ਰੋਸ ਕਰਕੇ ਆਇਆ ਜਾਂ ਕਿਵੇਂ ਆਇਆ। ਲੇਕਿਨ ਉਹਦੇ ਵਿੱਚ ਕੋਈ ਇਸ ਕਿਸਮ ਦੀ ਡਿਸਟਿੰਕਸ਼ਨ ਨਹੀਂ ਹੈਗੀ ਕਿ ਜਿਹੜੇ ਬਾਰਡਰ ਕ੍ਰੋਸ ਕਰਕੇ ਆਉਂਦੇ ਉਹ ਕੋਈ ਵੱਖਰਾ ਅਸੈਲਮ ਹੈ, ਤੁਹਾਡਾ ਵੱਖਰਾ। ਫਰਕ ਸਿਰਫ ਇੰਨਾ ਕਿ ਜਦੋਂ ਬੰਦਾ ਆਪ ਅਸੈਲਮ ਅਪਲਾਈ ਕਰਦਾ ਉਹਨੂੰ ਅਫਰਮੇਟਿਵ ਅਸੈਲਮ ਕਹਿੰਦੇ ਆ, ਜਦੋਂ ਸਰਕਾਰ ਕਿਸੇ ਨੂੰ ਫੜ ਕੇ ਰਿਮੂਵਲ ਪ੍ਰੋਸੀਡਿੰਗ 'ਚ ਪਾਉਂਦੀ ਆ ਉਹਦੇ ਜਵਾਬ 'ਚ ਕਰਦਾ ਉਹ ਹੈਗਾ ਡਿਫੈਂਸਿਵ ਅਸੈਲਮ। ਪਰ ਅਸੈਲਮ ਐਪਲੀਕੇਸ਼ਨ ਜਿਹੜਾ ਫਾਰਮ I-589 ਉਹੀ ਆ, ਉਹੀ ਗਰਾਊਂਡ ਨੇ। ਅਸੈਲਮ ਦਾ ਕੇਸ ਕੋਈ ਵੀ ਕਰ ਸਕਦਾ, ਪਰ ਉਹਦੇ ਸ਼ਰਤਾਂ ਨੇ ਕਿ ਅਰਾਈਵਲ ਦੇ ਵਿਦਨ 1 ਈਅਰ ਕਰਨਾ, ਜਦੋਂ ਬੰਦਾ ਐਂਟਰ ਹੁੰਦਾ ਉਹ ਸਾਲ ਦੇ ਅੰਦਰ ਅੰਦਰ ਕਰੇ। ਦੂਜਾ ਇਹ ਆ ਕਿ ਜਿਹੜੇ ਅਸੈਲਮ ਦੇ 5 ਗਰਾਊਂਡ ਹੁੰਦੇ ਨੇ, ਉਹਨਾਂ 5 ਗਰਾਊਂਡਾਂ ਦੇ ਵਿੱਚ ਕੇਸ ਜਿਹੜਾ ਆਉਣਾ ਚਾਹੀਦਾ, ਤੇ ਉਹਦੇ ਵਿੱਚ ਜਿਹੜੀ ਪਾਸਟ ਪਰਸੀਕਿਊਸ਼ਨ ਹੋਈ ਹੋਵੇ, ਜਿਹੜੀ ਵੀ ਕੰਟਰੀ ਤੋਂ ਬੰਦਾ ਆਇਆ ਉੱਥੇ ਉਹਨੂੰ ਕੁੱਟਮਾਰ ਹੋਈ ਹੋਵੇ, ਤੰਗ ਹੋਇਆ ਹੋਵੇ, ਉਹਦੇ 'ਤੇ ਕਾਫੀ ਜ਼ੁਲਮ ਹੋਇਆ ਹੋਵੇ, ਤੇ ਉਹਨੂੰ ਇਹ ਡਰ ਹੋਵੇ ਕਿ ਜੇ ਵਾਪਸ ਜਾਊਗਾ ਤਾਂ ਉੱਤੇ ਫਿਊਚਰ ਪਰਸੀਕਿਊਸ਼ਨ ਵੀ ਹੋਏਗੀ। ਸੋ ਇਹ ਜੇ ਗਰਾਊਂਡ ਸਾਰੇ ਹੈਗੇ ਆ ਤਾਂ ਫਿਰ ਅਸੈਲਮ ਜਿਹੜਾ ਕੀਤਾ ਜਾ ਸਕਦਾ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ PD ਲੈਣ ਦਾ ਫਾਇਦਾ ਤੇ ਨੁਕਸਾਨ ਕੀ ਆ? ਦੇਖੋ, ਕਈ ਜੱਜ ਤਾਂ ਅੱਜ ਕੱਲ੍ਹ ਜਿਹੜਾ ਉਹ ਤੁਹਾਨੂੰ ਆਪਸ਼ਨ ਦਿੰਦੇ ਆ ਕਿ PD ਲੈਣੀ ਹੈ ਕਿ ਨਹੀਂ ਲੈਣੀ, ਜੇ ਨਹੀਂ ਲੈਣੀ ਤਾਂ ਕੇਸ ਸੁਣਦੇ ਆ, ਪਰ ਕਈ ਜੱਜ ਆਪਸ਼ਨ ਹੀ ਨਹੀਂ ਦੇ ਰਹੇ, ਉਹ ਸਿੱਧਾ ਹੀ ਕੇਸ ਡਿਸਮਿਸ ਕਰ ਦਿੰਦੇ ਆ, ਤੇ ਡਿਸਮਿਸ ਕਰਕੇ ਉਸ ਤੋਂ ਬਾਅਦ ਉਹ ਕਹਿੰਦੇ ਆ ਵੀ ਤੁਸੀਂ ਇਹਨੂੰ ਕੇਸ ਨੂੰ ਅਪੀਲ ਕਰ ਲਓ ਜਾਂ ਅਸੈਲਮ ਆਫਿਸ 'ਚ ਲਾ ਲਓ। ਸੋ PD ਲੈਣ ਦੇ ਜਿਹੜੇ ਫਾਇਦੇ ਨੁਕਸਾਨ ਆਮ ਤੌਰ 'ਤੇ ਅਸੀਂ ਰਿਕਮੈਂਡ ਉੱਥੇ ਕਰਦੇ ਹਾਂ PD ਜਿੱਥੇ ਸਾਨੂੰ ਇਹ ਲੱਗਦਾ ਹੋਵੇ ਜਾਂ ਉਹਨੂੰ ਆਪ ਪਤਾ ਹੋਵੇ ਕੈਂਡੀਡੇਟ ਨੂੰ ਜਿਹਦਾ ਕੇਸ ਆ, ਜਿਹੜਾ ਐਪਲੀਕੈਂਟ ਆ, ਵੀ ਮੇਰਾ ਕੇਸ ਪਾਸ ਨਹੀਂ ਹੋਣਾ ਕਿਸੇ ਵਜ੍ਹਾ ਕਰਕੇ। ਪਰ ਜਿੱਥੇ ਇਹ ਲੱਗਦਾ ਹੋਵੇ ਵੀ ਕੇਸ ਪਾਸ ਹੋ ਜਾਣਾ, ਉਹਦੇ ਕੋਲੇ ਡਾਕੂਮੈਂਟੇਸ਼ਨ ਠੀਕ ਆ, ਕੇਸ ਜਿਹੜਾ ਹੈਗਾ ਉਹ ਪਾਸ ਹੋਣ ਯੋਗ ਆ, ਸਾਰਾ ਕੁਝ ਠੀਕ ਆ, ਫਿਰ PD ਲੈਣ ਦਾ ਮੇਰੇ ਮੁਤਾਬਕ ਕੋਈ ਫਾਇਦਾ ਨਹੀਂ, ਫਿਰ ਕੇਸ ਨੂੰ ਲੜਨਾ ਚਾਹੀਦਾ। ਪਰ ਜਿੱਥੇ ਕੇਸ ਇਸ ਕਿਸਮ ਦਾ ਹੋਵੇ ਵੀ ਇਹ ਲੱਗੇ ਵੀ ਇਹਦੇ ਵਿੱਚ ਪਾਸ ਹੋਣ ਦੇ ਚਾਂਸ ਨਹੀਂ ਆ, ਉੱਥੇ PD ਜਿਹੜੀ ਆ ਉਹ ਲਈ ਜਾ ਸਕਦੀ ਆ। ਪਰ ਉਹ ਤਾਂ ਹੈ ਨਾ ਜੇ ਆਪਣੀ ਆਪਸ਼ਨ ਆ ਵੀ PD ਲੈਣੀ ਕਿ ਲੈਣੀ। ਪਰ ਕਈ ਜੱਜ ਅੱਜ ਕੱਲ੍ਹ ਜਿਹੜੇ ਆ ਉਹ ਬਿਨਾਂ ਪੁੱਛੇ ਹੀ ਕੇਸ ਡਿਸਮਿਸ ਕਰੀ ਜਾਂਦੇ ਆ। ਉਹਨਾਂ ਨੂੰ ਜਿਹੜਾ ਹੈਗਾ ਉਹ ਚਾਹੇ ਤੁਸੀਂ ਜਿੰਨਾ ਮਰਜ਼ੀ ਕਹਿ ਲਓ ਉਹਨਾਂ ਨੂੰ ਵੀ ਅਸੀਂ PD ਨਹੀਂ ਲੈਣੀ, ਸਾਡਾ ਕੇਸ ਠੀਕ ਆ, ਸਾਡੇ ਕੋਲ ਸਾਰੀ ਡਾਕੂਮੈਂਟੇਸ਼ਨ ਹੈਗੀ ਆ, ਅਸੀਂ ਆਪਣੀ ਕੰਟਰੀ ਨਹੀਂ ਜਾ ਸਕਦੇ, ਸਾਡਾ ਕੇਸ ਸੁਣੋ, ਉਹ ਫੇਰ ਵੀ ਨਹੀਂ ਸੁਣਦੇ, ਉਹ ਸਿੱਧਾ ਕੇਸ ਜਿਹੜਾ ਹੈਗਾ ਉਹ ਡਿਸਮਿਸ ਕਰ ਦਿੰਦੇ ਆ। ਜੱਜ ਦੇ ਉੱਤੇ ਕਾਫੀ ਜ਼ਿਆਦਾ ਇਹ ਡਿਪੈਂਡ ਕਰਦਾ। ਅਗਲਾ ਸਵਾਲ ਹੈ ਜੀ ਕਿ USA ਐਮਬੈਸੀ ਜਿਹੜੀ ਆ ਬੰਬੇ ਤੋਂ ਦਿੱਲੀ ਕਦੋਂ ਸ਼ਿਫਟ ਹੋਏਗੀ? ਇਹਦੇ ਬਾਰੇ ਮੈਂ ਤਕਰੀਬਨ 8-9 ਮਹੀਨੇ ਤੋਂ ਹੀ ਕੋਸ਼ਿਸ਼ ਕਰ ਰਿਹਾ। ਹੁਣ ਵੀ ਮੈਂ ਦੱਸ ਕੇ ਹਟਿਆ ਵੀ ਸੈਂਟਰ ਕੋਰੀ ਬੁੱਕਰ ਨਿਊ ਜਰਸੀ ਵਾਲੇ ਉਹਨਾਂ ਨਾਲ ਮੁਲਾਕਾਤ ਹੋਈ ਪਿਛਲੇ ਹਫਤੇ ਲਾਸ ਐਂਜਲਸ 'ਚ, ਤੇ ਇਹਦੇ ਬਾਰੇ ਵੀ ਗੱਲਬਾਤ ਹੋਈ। ਸੋ ਇਸ ਕਰਕੇ ਇਹ ਟਰਾਈ ਕਰ ਰਹੇ ਹਾਂ ਪੂਰੀ, ਬਾਕੀ ਜਿਵੇਂ ਜਿਵੇਂ ਹੋਏਗਾ ਮੈਂ ਦੱਸਾਂਗਾ ਤੁਹਾਨੂੰ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ F3 ਇੰਟਰਵਿਊਜ਼ ਜਿਹੜੀਆਂ ਨੇ ਉਹ ਜਿਹੜੇ ਸਾਰੇ ਪੇਪਰ ਫਿਲ ਆਊਟ ਹੋ ਗਏ ਨੇ, ਕੇਸ ਡਾਕੂਮੈਂਟਰੀ ਕੰਪਲੀਟ ਹੋ ਗਿਆ, ਪਰ ਅਜੇ ਤੱਕ ਇੰਟਰਵਿਊ ਜਿਹੜੀ ਆ ਉਹ ਨਹੀਂ ਆਈ। ਬੈਕਲੌਗ ਬਹੁਤ ਜ਼ਿਆਦਾ ਜੀ ਅੰਬੈਸੀਆਂ ਦੇ ਵਿੱਚ ਵੀ, ਤੇ ਜਿਹੜੀ ਹੁਣ ਜੁਲਾਈ ਦਾ ਵੀਜ਼ਾ ਬੁਲੇਟਿਨ ਆ ਉਹ ਮੈਂ ਲਾਸਟ ਜਿਹੜੇ ਸੀਗੇ ਪ੍ਰੋਗਰਾਮ ਉਹਨਾਂ ਦੇ ਵਿੱਚ ਵੀ ਦੱਸਿਆ ਸੀ ਕਿ ਕੋਈ ਖਾਸ ਮੂਵਮੈਂਟ ਨਹੀਂ। ਜਿਹੜੀ F4 ਕੈਟੇਗਰੀ ਉੱਥੇ ਚੱਲ ਰਿਹਾ ਜੀ 15 ਸਤੰਬਰ 2005, F3 ਚੱਲ ਰਿਹਾ 22 ਨਵੰਬਰ 2008, F2B 'ਚ ਹੈਗਾ
22 ਸਤੰਬਰ 2015, F2 ਕਰੰਟ ਹੈ ਤੇ F1 ਹੈਗਾ 1 ਦਸੰਬਰ 2014। ਤੇ ਇਹਦੇ 'ਚ 2008 ਚੱਲ ਰਿਹਾ ਜੇ, ਤੇ ਕੋਈ ਇਦਾਂ ਦੀ ਨਹੀਂ ਲੱਗਦਾ ਮੈਨੂੰ ਵੀ ਤੇਜ਼ ਹੋਣ ਦੀ। ਬਾਕੀ ਦੇਖਦੇ ਹਾਂ ਹੁਣ ਜਿਹੜਾ ਅਗਸਤ ਦਾ ਵੀਜ਼ਾ ਬੁਲੇਟਿਨ ਆਉਂਦਾ ਉਹ ਕੀ ਕਰਦਾ। ਅਗਲਾ ਸਵਾਲ ਹੈ ਜੀ ਕਿ ਜਿਸ ਤਰ੍ਹਾਂ ਕੋਈ ਬਾਰਡਰ ਕ੍ਰਾਸ ਕਰਕੇ ਆਵੇ ਤਾਂ ਉਸ ਨੂੰ ਕੋਈ ਡਿਪੋਰਟ ਕਰ ਸਕਦਾ ਤੇ ਕਿੰਨੀ ਉਮਰ ਹੋਣੀ ਚਾਹੀਦੀ ਹੈ, 18 ਜਾਂ 21? ਤੇ ਕੀ ਤੁਸੀਂ ਇਹ ਕੇਸ ਲੜਦੇ ਹੋ? ਦੇਖੋ, ਇਸ ਤਰ੍ਹਾਂ ਅਸੀਂ ਤਾਂ ਸਾਰੇ ਕੇਸ ਲੜਦੇ ਹਾਂ। ਸਾਡੇ ਕੋਲ ਕਾਫੀ ਜ਼ਿਆਦਾ ਇੱਦਾਂ ਦੇ ਕੇਸ ਹੈਗੇ ਜਿਹੜੇ ਬੰਦੇ ਬਾਰਡਰ ਕ੍ਰਾਸ ਕਰਕੇ ਆਉਂਦੇ ਆ ਤਾਂ ਆ ਰਹੇ ਆ, ਅਸੀਂ ਲੜਦੇ ਹਾਂ। ਲੇਕਿਨ ਇਹਦੇ 'ਚ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ ਕਿ ਜਦੋਂ ਬੰਦਾ ਬਾਰਡਰ ਕ੍ਰਾਸ ਕਰਕੇ ਆਉਂਦਾ ਉਹਨੂੰ ਡਿਪੋਰਟ ਹੀ ਕੀਤਾ ਜਾਂਦਾ। ਜੇ ਉਹ ਇਹ ਕਵੇ ਵੀ ਮੈਨੂੰ ਖਤਰਾ ਉੱਥੇ ਹੈਗਾ ਤੇ ਆਪਣੇ ਆਪ ਨੂੰ ਪ੍ਰੂਵ ਕਰੇ, ਉਹਦਾ ਖਤਰਾ ਅਸਾਈਲਮ ਦੇ 5 ਗਰਾਊਂਡਾਂ 'ਚ ਹੋਵੇ, ਤਾਂ ਉਹਨੂੰ ਉਹ ਜਿਹੜਾ ਹੈਗਾ ਉਹ ਬੌਂਡ 'ਤੇ ਛੱਡ ਦਿੰਦੇ ਆ, ਜਾਂ ਆਈਸ ਬੌਂਡ ਕਰਦੀ ਹੈ ਜਾਂ ਇਮੀਗ੍ਰੇਸ਼ਨ ਜੱਜ ਕਰਦਾ। ਫਿਰ ਕ੍ਰੈਡੀਬਲ ਫੇਅਰ ਹੀਅਰਿੰਗ ਹੁੰਦੀ ਆ। ਜੇ ਉਹ ਕ੍ਰੈਡੀਬਲ 'ਚੋਂ ਪਾਸ ਹੋ ਜਾਂਦਾ ਤਾਂ ਉਹ ਆਪਣਾ ਕੇਸ ਇੱਥੇ ਲਾ ਸਕਦਾ, ਪਰ ਜੇ ਕ੍ਰੈਡੀਬਲ 'ਚੋਂ ਫੇਲ ਹੋ ਜਾਂਦਾ ਫਿਰ ਡਿਪੋਰਟ ਹੁੰਦਾ। ਸੋ ਜਿੰਨੀ ਦੇਰ ਬੰਦਾ ਕ੍ਰੈਡੀਬਲ 'ਚੋਂ ਫੇਲ ਨਹੀਂ ਹੁੰਦਾ ਉਨੀ ਦੇਰ ਕੇਸ ਆਪਣਾ ਲੜ ਸਕਦਾ। ਅਗਲਾ ਸਵਾਲ ਹੈ ਜੀ ਕਿ ਸਟੱਡੀ ਵੀਜ਼ੇ ਦਾ ਅਸਾਈਲਮ ਤੇ ਜਿਹੜਾ ਇਲੀਗਲ ਬੰਦਾ ਅਸਾਈਲਮ ਲਾਉਂਦਾ ਕੀ ਫਰਕ ਹੈ? ਮੈਂ ਦੱਸ ਕੇ ਹਟਿਆ ਜੀ ਕਿ ਜਿਹੜਾ ਵਿਜ਼ਟਰ ਵੀਜ਼ੇ 'ਤੇ ਆ ਕੇ ਜਾਂ ਸਟੂਡੈਂਟ ਵੀਜ਼ੇ 'ਤੇ ਆ ਕੇ ਅਸਾਈਲਮ ਲਾਉਂਦਾ ਜਾਂ ਜਿਹੜਾ ਬਾਰਡਰ ਕ੍ਰਾਸ ਕਰਕੇ ਲਾਉਂਦਾ ਉਹ ਸੇਮ ਹੀ ਹੈ, ਕੋਈ ਫਰਕ ਨਹੀਂ ਆ। ਅਸਾਈਲਮ ਤਾਂ ਇੱਕੋ ਜਿਹਾ ਹੀ ਆ। ਉਹਦੀਆਂ ਸ਼ਰਤਾਂ ਉਹੀ ਨੇ, ਜਿਹੜੇ ਅਸਾਈਲਮ ਦੇ 5 ਗਰਾਊਂਡ ਆ ਉਹਨਾਂ 'ਚ ਹੋਣਾ ਚਾਹੀਦਾ, ਪਲੱਸ ਨਾਲ ਇਹ ਆ ਕਿ ਵਿਦਨ 1 ਈਅਰ ਕਰਨਾ ਚਾਹੀਦਾ, ਤੇ ਉਹਦੇ ਨਾਲ ਜਿਹੜਾ ਇਹ ਹੈਗਾ ਕਿ ਪਾਸਟ ਪਰਸੀਕਿਊਸ਼ਨ ਤੇ ਫਿਊਚਰ ਪਰਸੀਕਿਊਸ਼ਨ ਹੋਣੀ ਚਾਹੀਦੀ ਆ। ਤੇ ਇਹ ਜ਼ਰੂਰ ਆ ਕਿ ਜਦੋਂ ਅਸੀਂ ਆਪ ਅਸਾਈਲਮ ਲਾਉਂਦੇ, ਜਿਵੇਂ ਕੋਈ ਸਟੱਡੀ ਵੀਜ਼ੇ ਵਾਲਾ ਲਾਉਂਦਾ ਜਾਂ ਵਿਜ਼ਟਰ ਵਾਲਾ ਜਾਂ ਕੋਈ ਉੱਦਾਂ ਹੀ ਲਾਉਂਦਾ ਜਿਹੜਾ ਫੜਿਆ ਨਹੀਂ ਜਾਂਦਾ ਬਾਰਡਰ ਕ੍ਰਾਸ ਕਰਕੇ ਆ ਗਿਆ, ਉਹਨੂੰ ਅਫਰਮੇਟਿਵ ਅਸਾਈਲਮ ਕਹਿੰਦੇ ਆ। ਜਦੋਂ ਬੰਦਾ ਫੜ ਹੋ ਜਾਂਦਾ ਉਹਨੂੰ ਰਿਮੂਵਲ ਪ੍ਰੋਸੀਡਿੰਗ 'ਚ ਪਾ ਦਿੰਦੇ ਆ, ਕੋਰਟ 'ਚ ਉਹਦਾ ਕੇਸ ਜਾਂਦਾ, ਤਾਂ ਉਹ ਜਿਹੜਾ ਅਸਾਈਲਮ ਲਾਉਂਦਾ ਉਹਨੂੰ ਡਿਫੈਂਸਿਵ ਅਸਾਈਲਮ ਕਹਿੰਦੇ ਆ। ਪਰ ਐਪਲੀਕੇਸ਼ਨ ਸੇਮ ਹੀ ਆ, ਉਹੀ ਫਾਰਮ ਹੈ, ਉਹੀ ਸਾਰੀਆਂ ਰਿਕੁਆਇਰਮੈਂਟਸ ਨੇ, ਕੋਈ ਬੜਾ ਫਰਕ ਨਹੀਂ ਆ, ਸੇਮ ਹੀ ਆ। ਅਗਲਾ ਸਵਾਲ ਹੈ ਜੀ ਕਿ ਮੈਂ ਗ੍ਰੀਨ ਕਾਰਡ ਹੋਲਡਰ ਹਾਂ, ਮੈਂ ਆਪਣੇ ਪਤੀ ਦਾ 21 ਜੁਲਾਈ 2021 ਨੂੰ ਅਪਲਾਈ ਕੀਤਾ ਸੀ, ਕਦੋਂ ਤੱਕ ਨੰਬਰ ਆਏਗਾ? ਬਹੁਤ ਜ਼ਿਆਦਾ ਬੈਕਲੌਗ ਹੈ ਜੀ ਅਜੇ, ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਦੋਂ ਆਏਗਾ। ਇਹਨੂੰ ਜਿਹੜਾ ਟਾਈਮ ਲੱਗ ਸਕਦਾ, ਕਿਉਂਕਿ ਅਜੇ ਸਿਰਫ US ਸਿਟੀਜ਼ਨ ਦੀਆਂ ਇੰਟਰਵਿਊਜ਼ ਵਗੈਰਾ ਜਿਹੜੀਆਂ ਹੋ ਰਹੀਆਂ। ਅਗਲਾ ਸਵਾਲ ਹੈ ਜੀ ਕਿ ਲੋਕਾਂ ਨੇ ਪੇਪਰ ਭਰਿਆਂ ਨੂੰ ਕਿੰਨੇ ਸਾਲ ਹੋ ਗਏ ਤੇ ਉਹਨਾਂ ਨੂੰ ਕੁਝ ਜਿਹੜਾ ਹੈਗਾ ਉਹ ਸਰਕਾਰ ਨਹੀਂ ਦੱਸਦੀ। ਇੱਦਾਂ ਹੀ ਆ ਜੀ, ਕਿਉਂਕਿ ਇਹ ਜਿਹੜਾ ਸਿਸਟਮ ਹੈ ਇਹਦੇ 'ਚ ਕਾਫੀ ਜ਼ਿਆਦਾ ਡਿਲੇ ਆ। ਕੁਛ ਤਾਂ ਜਿਹੜੀ ਪਿਛਲੀ ਸਰਕਾਰ ਸੀਗੀ ਟਰੰਪ ਵਾਲੀ, ਉਹਨੇ ਬਹੁਤ ਡਿਲੇ ਕੀਤੀ। ਫਿਰ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਉਹ ਮਹਾਮਾਰੀ ਆ ਗਈ, ਉਹਦੇ ਕਰਕੇ ਫਿਰ ਬੈਨ ਲੱਗ ਗਿਆ। ਫਿਰ ਉਸ ਤੋਂ ਬਾਅਦ ਹੁਣ ਅਜੇ ਤੱਕ ਵੀ ਜਿਹੜੀ ਹੈਗੀ ਆ ਉਹ ਡਿਲੇ ਜਿਹੜੀ ਕਾਬੂ 'ਚ ਨਹੀਂ ਆਈ। ਅਗਲਾ ਸਵਾਲ ਹੈ ਜੀ ਕਿ ਮੇਰਾ ਅਸਾਈਲਮ ਅਪਰੂਵ ਹੋਇਆ ਸੀ 2018 'ਚ, ਅਤੇ ਮੈਨੂੰ 2022 ਜਨਵਰੀ 'ਚ ਗ੍ਰੀਨ ਕਾਰਡ ਅਪਲਾਈ ਕੀਤਾ, ਅਤੇ ਉਸ ਤੋਂ ਬਾਅਦ ਨੈਕਸਟ ਮੰਥ ਮੇਰਾ ਇੰਟਰਵਿਊ ਹੈ ਗ੍ਰੀਨ ਕਾਰਡ ਦਾ। ਅਤੇ ਮੈਨੂੰ ਉਹ ਸਵਾਲ ਪੁੱਛ ਸਕਦੇ ਆ? ਹਾਂਜੀ ਬਿਲਕੁਲ, ਜੇ ਤੁਹਾਡੀ ਇੰਟਰਵਿਊ ਹੈਗੀ ਆ ਉਹ 'ਤੇ ਤੁਹਾਨੂੰ ਕਈ ਅਫਸਰ ਜਿਹੜੇ ਨੇ ਉਹ ਅਸਾਈਲਮ ਬਾਰੇ ਪੁੱਛ ਲੈਂਦੇ ਆ ਕਿ ਤੁਹਾਨੂੰ ਜਿਹੜਾ ਤੁਸੀਂ ਅਸਾਈਲਮ ਲਿਆ ਸੀ ਤੁਹਾਡਾ ਉਹ 'ਚ ਕੀ ਗਰਾਊਂਡ ਸੀ, ਕੀ ਸਟੇਟਮੈਂਟ ਸੀ, ਉਹਦੇ ਬਾਰੇ ਪਤਾ ਹੋਣਾ ਚਾਹੀਦਾ, ਉਹਦੇ ਬਾਰੇ ਪੁੱਛ ਸਕਦੇ ਆ। ਪਰ ਜ਼ਿਆਦਾਤਰ ਉਹ ਜਿਹੜਾ 485 ਤੁਸੀਂ ਫਾਰਮ ਭਰਿਆ ਉਹਦੇ ਬਾਰੇ ਗੱਲ ਕਰਦੇ ਆ, ਪਰ ਫਿਰ ਵੀ ਤੁਹਾਨੂੰ ਆਪਣਾ ਜਿਹੜਾ ਕੇਸ ਆ ਪਿਛਲਾ ਉਹਦੇ ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਅਗਲਾ ਸਵਾਲ ਹੈ ਜੀ ਕਿ ਯੂ ਵੀਜ਼ੇ ਬਾਰੇ ਦੱਸੋ ਕੀ ਚੱਲ ਰਿਹਾ? ਯੂ ਵੀਜ਼ੇ ਬਾਰੇ ਕਾਫੀ ਡਿਲੇ ਹੈ ਜੀ, ਉਹਦੇ ਵਿੱਚ ਵੀ ਜਿਵੇਂ ਬਾਕੀ ਸਾਰੇ ਜਿਹੜੇ ਹੈਗੇ ਹੋਰਾਂ 'ਚ ਡਿਲੇ ਉਹ 'ਚ ਵੀ ਹੈਗੀ ਆ, ਅਤੇ ਉਹਨੂੰ ਕਾਫੀ ਟਾਈਮ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਸਿਮਰਨਜੀਤ ਸਿੰਘ ਮਾਨ ਇਲੈਕਸ਼ਨ ਜਿੱਤ ਗਏ ਨੇ, ਅਤੇ ਇਹਦਾ ਅਸਾਈਲਮ ਦੇ ਕੇਸਾਂ 'ਤੇ ਕੀ ਅਸਰ ਪਵੇਗਾ? ਅਤੇ ਮੈਂ ਪਿਛਲੇ ਜਿਹੜੇ ਹੈਗੇ ਆ ਉਹ ਸਮੇਂ ਦੌਰਾਨ ਦੱਸਿਆ ਸੀਗਾ, ਅਤੇ ਟਿਕਟੋਕ 'ਤੇ ਵੀ ਮੈਂ ਇਹ ਗੱਲ ਪਾਈ ਸੀਗੀ ਕਿ ਜਿਹੜੇ ਜ਼ਿਆਦਾਤਰ ਅਮਰੀਕਾ ਦੇ ਵਿੱਚ ਕੇਸ ਅਪਲਾਈ ਹੁੰਦੇ ਨੇ ਉਹ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਜਿਹੜੀ ਪਾਰਟੀ ਹੈ ਅਕਾਲੀ ਦਲ ਅੰਮ੍ਰਿਤਸਰ, ਉਹਦੇ ਆਧਾਰ 'ਤੇ ਹੀ ਹੁੰਦੇ ਆ। ਜ਼ਿਆਦਾ ਆਪਣੇ ਆਪ ਨੂੰ ਇਹੀ ਕਹਿੰਦੇ ਕਿ ਅਸੀਂ ਉਹਦੇ ਮੈਂਬਰ ਹਾਂ, ਅਤੇ ਇਹਨਾਂ ਦੇ ਜਿੱਤਣ ਦੇ ਨਾਲ ਅਸਾਈਲਮ ਦੇ ਕੇਸਾਂ 'ਤੇ ਕੋਈ ਜਿਹੜਾ ਹੈਗਾ ਉਹ ਮਾੜਾ ਜਾਂ ਚੰਗਾ ਪ੍ਰਭਾਵ ਖਾਸ ਨਹੀਂ ਪਏਗਾ, ਕਿਉਂਕਿ ਉਹ ਕੇਸ ਉਸੇ ਤਰ੍ਹਾਂ ਹੀ ਮਤਲਬ ਚੱਲਦੇ ਰਹਿਣਗੇ। ਜੇ ਤਾਂ ਉਹਨਾਂ ਦੀ ਪਾਰਟੀ ਪੰਜਾਬ 'ਚ ਸਰਕਾਰ ਬਣਾਵੇ ਤਾਂ ਫਿਰ ਤਾਂ ਅਸਰ ਪੈ ਸਕਦਾ। ਉਹ ਕਹਿ ਦਿੰਦੇ ਨੇ ਕਿ ਤੁਹਾਡੀ ਪਾਰਟੀ ਸਰਕਾਰ ਆ ਗਈ, ਤੁਸੀਂ ਜਾ ਸਕਦੇ ਹੋ, ਪਰ ਇਹ ਇੱਕ ਇਲੈਕਸ਼ਨ ਜਿੱਤਣ ਦੇ ਨਾਲ ਉਹਨਾਂ ਦੀ ਸਰਕਾਰ ਤਾਂ ਪੰਜਾਬ 'ਚ ਹੈ ਨਹੀਂ, ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਆ। ਸੋ ਇਸ ਕਰਕੇ ਉਹਦੇ ਨਾਲ ਅਸਾਈਲਮ ਦੇ ਕੇਸਾਂ 'ਤੇ ਕੋਈ ਜ਼ਿਆਦਾ ਇਹਦਾ ਅਸਰ ਨਹੀਂ ਹੋਣਾ, ਅਤੇ ਉਹ ਜਿਹੜੇ ਕੇਸ ਨੇ ਉਹ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ। ਅਗਲਾ ਸਵਾਲ ਹੈ ਜੀ ਕਿ
मैं सैलम केस अप्लाई किया, हुण मैं अपनी गर्लफ्रेंड नाल विआह करवा के विआह का केस ला सकदा कि नहीं। ਇਹਦੇ 'ਚ ਇਸ ਤਰ੍ਹਾਂ ਜੀ ਕਿ ਅਮਰੀਕਾ ਦੇ ਵਿੱਚ ਵਿਆਹ ਦਾ ਕੇਸ ਲਾਉਣ ਵਾਸਤੇ ਤਾਂ ਇੱਥੇ ਪੱਕੇ ਹੋਣ ਵਾਸਤੇ ਲੀਗਲ ਐਂਟਰੀ ਦੀ ਲੋੜ ਆ। ਜੇ ਤੁਹਾਡੀ ਐਂਟਰੀ ਲੀਗਲ ਨਹੀਂ ਹੈਗੀ, ਤੁਸੀਂ ਬਾਰਡਰ ਕ੍ਰੋਸ ਕਰਕੇ ਆਏ ਹੋ, ਤਾਂ ਤੁਸੀਂ ਵਿਆਹ ਦਾ ਕੇਸ ਲਾ ਤਾਂ ਸਕਦੇ ਹੋ, ਪਰ ਤੁਹਾਨੂੰ ਫਿਰ ਇੰਟਰਵਿਊ ਦੇਣ ਇੰਡੀਆ ਜਾਣਾ ਪੈਣਾ। ਉਹਦੇ ਵਾਸਤੇ ਵੇਵਰ ਲੈਣਾ ਪੈਣਾ 601A, ਤੇ ਅਪਲਾਈ ਤਾਂ ਹੋ ਜਾਊਗਾ, ਪਰ ਤੁਹਾਡੀ ਜਿਹੜੀ ਇੰਟਰਵਿਊ ਵਗੈਰਾ ਹੋਊਗੀ ਜਾਂ ਕਹਿ ਲਓ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਮਿਲੂਗਾ ਉਹ ਇੰਡੀਆ ਤੋਂ ਮਿਲੂਗਾ। ਅਗਲਾ ਸਵਾਲ ਹੈ ਜੀ ਕਿ ਸਾਡਾ 2010 'ਚ ਅਪਲਾਈ ਕੀਤਾ ਸੀ F4 ਕੈਟੇਗਰੀ 'ਚ, ਹੋਰ ਕਿੰਨਾ ਟਾਈਮ ਲੱਗੂਗਾ, ਤੇ ਸਾਡੇ ਬੱਚੇ ਓਵਰ ਏਜ ਹੋ ਰਹੇ ਨੇ। ਅਜੇ F4 ਕੈਟੇਗਰੀ ਦਾ 2005 ਚੱਲ ਰਿਹਾ ਜੀ, ਹੁਣ ਬੜੀ ਦੇਰ ਦਾ 5 ਹੀ ਚੱਲੀ ਜਾਂਦਾ, ਤੇ ਹੁਣ ਅਜੇ ਜੇ ਤੁਸੀਂ 10 'ਚ ਕੀਤਾ, ਇਹਨੂੰ ਹੋਰ ਤੁਹਾਨੂੰ 5-6 ਸਾਲ ਲੱਗ ਸਕਦੇ ਆ। ਬੱਚੇ ਜੇ ਓਵਰ ਏਜ ਹੋ ਰਹੇ ਨੇ ਤਾਂ ਉਹ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਕਵਰ ਕਰੇਗਾ। ਉਹਦੀ ਇੱਕ ਕੈਲਕੂਲੇਸ਼ਨ ਹੁੰਦੀ ਆ। ਕੈਲਕੂਲੇਸ਼ਨ ਉਹਦੀ ਇਹ ਆ ਕਿ ਇਹ ਦੇਖਣਾ ਪੈਂਦਾ ਵੀ ਅਪਲਾਈ ਜਿਵੇਂ ਤੁਹਾਡਾ 2010 'ਚ ਹੋਇਆ, ਉਸ ਤੋਂ ਬਾਅਦ ਅਪਰੂਵਲ ਕਦੋਂ ਆਈ, ਜਦੋਂ ਤੁਹਾਡੀ ਡੇਟ ਕਰੰਟ ਹੋਣੀ ਆ ਉਸ ਟਾਈਮ ਬੱਚਿਆਂ ਦੀ ਉਮਰ ਦੇਖਣੀ ਆ। ਜੇ ਉਹ ਉਮਰ ਜਿਹੜੀ ਆ 21 ਸਾਲ ਤੋਂ ਉੱਪਰ ਆ ਤਾਂ ਉਹ ਟਾਈਮ ਕੱਢਿਆ ਜਾਂਦਾ ਅਪਰੂਵਲ ਦਾ ਅਤੇ ਅਪਲਾਈ ਕਰਨ ਦਾ ਉਹਦੇ ਵਿੱਚੋਂ। ਜੇ 21 ਤੋਂ ਘੱਟ ਰਹਿ ਜਾਵੇ ਤਾਂ ਕਵਰ ਹੋ ਜਾਂਦਾ। ਸੋ ਇਹ ਜਿਹੜੀ ਕੈਲਕੂਲੇਸ਼ਨ ਆ ਇਹ ਦੇਖੀ ਜਾਏਗੀ, ਪਰ ਇਹ ਦੇਖੀ ਉਸ ਟਾਈਮ ਜਾਏਗੀ ਜਦੋਂ ਤੁਹਾਡੀ ਡੇਟ ਜਿਹੜੀ ਆ ਉਹ ਕਰੰਟ ਹੋਏਗੀ। ਸੋ ਤੁਹਾਨੂੰ ਵੇਟ ਕਰਨੀ ਪੈਣੀ ਆ, ਅਤੇ ਜੇ ਉਹ 'ਚ ਕਵਰ ਹੋਣਗੇ ਤਾਂ ਉਹ ਆ ਸਕਣਗੇ, ਪਰ ਡਿਲੇ ਕਾਫੀ ਜ਼ਿਆਦਾ ਇਹ 'ਚ ਹੈਗੀ ਹੈ ਜੀ। ਅਗਲਾ ਸਵਾਲ ਹੈ ਜੀ ਕਿ ਮੈਂ ਆਪਣਾ ਫੈਮਿਲੀ ਦੇ ਨਾਲ 5 ਅਪ੍ਰੈਲ ਨੂੰ ਬਾਰਡਰ ਟੱਪ ਕੇ ਆਇਆ, ਅਜੇ ਤੱਕ ਇਹ ਨੰਬਰ ਮੇਰਾ ਸ਼ੋਅ ਨਹੀਂ ਹੁੰਦਾ, ਕੀ ਕੀਤਾ ਜਾਵੇ। ਇਹਦੇ 'ਚ ਇੱਦਾਂ ਜੀ, ਤੁਸੀਂ ਮੇਰੇ ਨਾਲ ਸੰਪਰਕ ਕਰੋ 9179154142, ਜਾਂ ਮੈਨੂੰ ਆਪਣੇ ਈਮੇਲ ਕਰੋ jpsinghattorney@gmail 'ਤੇ, ਜਾਂ ਮੇਰੇ ਆਫਿਸ ਵਿੱਚ ਸੰਪਰਕ ਕਰ ਸਕਦੇ ਹੋ। ਨਿਊਯਾਰਕ ਦਾ ਨੰਬਰ ਹੈ 7185338444, ਫਰੀਮੌਂਟ ਦਾ ਹੈਗਾ 5106576444, ਅਤੇ ਉੱਥੇ ਆਪਣੇ ਜਿਹੜੇ ਪੇਪਰ ਤੁਹਾਨੂੰ ਜੋ ਵੀ ਉਹਨਾਂ ਨੇ ਦਿੱਤੇ ਨੇ ਮੈਨੂੰ ਭੇਜੋ, ਉਹ ਤੁਹਾਨੂੰ ਮੈਂ ਦੇਖ ਕੇ ਦੱਸਦਾ ਵੀ ਕੀ ਕਰ ਸਕਦੇ ਆਪਾਂ। ਅਗਲਾ ਸਵਾਲ ਹੈ ਜੀ ਕਿ I-730 ਜਿਹੜੀ ਰੈਲੇਟਿਵ ਪਟੀਸ਼ਨ ਹੈਗੀ ਆ, ਸੈਲਰੀ ਰੈਲੇਟਿਵ ਪਟੀਸ਼ਨ, ਇਹਦੇ ਬਾਰੇ ਮੈਂ ਪੁੱਛਣਾ ਵੀ ਇਹ ਇਮੀਗਰੈਂਟ ਵੀਜ਼ਾ ਕਿ ਨੌਨ ਇਮੀਗਰੈਂਟ। ਦੇਖੋ ਇਸ ਤਰ੍ਹਾਂ ਹੈ, ਜਿਹੜੀ I-730 ਪਟੀਸ਼ਨ ਆ ਇਹ ਉਹਨਾਂ ਲਈ ਆ ਜਿਹੜੇ ਬੰਦਿਆਂ ਨੇ ਪੋਲੀਟੀਕਲ ਅਸਾਈਲਮ ਦੇ ਕੇਸ ਕੀਤੇ ਆ, ਤਾਂ ਪਾਸ ਹੋ ਜਾਂਦਾ ਕੇਸ, ਫਿਰ ਉਹ ਆਪਣਾ ਬੰਦਾ ਫੈਮਿਲੀ ਦਾ, ਆਪਣੇ ਬੱਚਿਆਂ ਦਾ, ਆਪਣੇ ਵਾਈਫ ਦਾ, ਬੱਚੇ 21 ਸਾਲ ਤੋਂ ਘੱਟ ਚਾਹੀਦੇ ਆ ਜਦੋਂ ਜੇ ਉਹ ਕੇਸ ਦੇ ਵਿੱਚ ਇਨਕਲੂਡਡ ਹੈਗੇ ਆ। ਬਾਅਦ 'ਚ ਭਾਵੇਂ 21 ਤੋਂ ਉੱਪਰ ਹੋ ਜਾਣ, ਪਰ ਅਪਲਾਈ ਕਰਨ ਵੇਲੇ 21 ਤੋਂ ਘੱਟ ਚਾਹੀਦੇ ਆ। ਉਹਨਾਂ ਦਾ ਜੇ ਅਪਲਾਈ ਕਰਦਾ ਤਾਂ ਉਹ ਉਹਨਾਂ ਨੂੰ ਅਸੈਲੀ ਵੀਜ਼ਾ ਜਿਹੜਾ ਹੈਗਾ ਉਹ ਮਿਲ ਜਾਂਦਾ। ਬੇਸਿਕਲੀ ਜਿਵੇਂ ਇਮੀਗਰੈਂਟ ਪਟੀਸ਼ਨ ਜਿਵੇਂ ਤੁਸੀਂ ਕਹਿ ਰਹੇ ਹੋ, ਉਹ ਤਾਂ ਨਹੀਂ, ਕਿਉਂਕਿ ਇਮੀਗਰੈਂਟ ਪਟੀਸ਼ਨ ਦਾ ਉਹਨੂੰ ਸਮਝਿਆ ਜਾਂਦਾ ਜਿਹੜਾ ਗ੍ਰੀਨ ਕਾਰਡ ਹੋਲਡਰ ਹੁੰਦਾ, ਪਰ ਇਹ ਜਿਹੜਾ ਹੈਗਾ ਨੌਨ ਇਮੀਗਰੈਂਟ ਵੀ ਨਹੀਂ ਹੈਗਾ, ਇਹ ਬੇਸਿਕਲੀ ਅਸੈਲੀ ਵੀਜ਼ਾ ਹੈ, ਅਸੈਲੀ ਪਟੀਸ਼ਨ ਆ। I-730 ਜਿਹੜੀ ਪਟੀਸ਼ਨ ਇਹਨੂੰ ਅਸੈਲੀ ਪਟੀਸ਼ਨ ਕਿਹਾ ਜਾਂਦਾ, ਅਸੈਲੀ ਰੈਲੇਟਿਵ ਪਟੀਸ਼ਨ। ਅਗਲਾ ਸਵਾਲ ਹੈ ਜੀ ਕਿ ਅਸੀਂ 3 ਸਾਲ ਲੈਟਿਨ ਅਮਰੀਕਾ 'ਚ ਰਹਿ ਕੇ ਆਏ ਹਾਂ, ਅਤੇ ਅਸੀਂ ਉੱਥੇ ਰਿਫਿਊਜੀ ਵੀ ਨਹੀਂ ਪਾਈ, ਅਤੇ ਹੁਣ ਅਸੀਂ ਅਮਰੀਕਾ ਆ ਗਏ ਹਾਂ, ਅਤੇ ਰਿਫਿਊਜੀ ਸਾਡਾ ਕੇਸ ਜਿਹੜਾ ਹੈਗਾ ਉਹ ਲੱਗਿਆ ਹੋਇਆ, ਕਿੰਨੇ ਕੁ ਚਾਂਸ ਨੇ। ਇਹਦੇ ਬਾਰੇ ਕੇਸ ਦੇਖੇ ਬਿਨਾਂ ਨਹੀਂ ਦੱਸ ਸਕਦੇ ਕਿੰਨੇ ਕੁ ਚਾਂਸ ਨੇ। ਤੁਸੀਂ ਮੈਨੂੰ ਆਪਣਾ ਜਿਹੜਾ ਜੋ ਵੀ ਅਪਲਾਈ ਕੀਤਾ ਉਹਦੀ ਕਾਪੀ ਭੇਜੋ, ਉਹ ਤੁਹਾਨੂੰ ਦੇਖ ਕੇ ਮੈਂ ਆਪਣੀ ਸਲਾਹ ਦੇ ਸਕਦਾ। ਇਸ ਤਰ੍ਹਾਂ ਕੋਈ ਮੈਨੂੰ ਇਹ ਨਹੀਂ ਪਤਾ ਤੁਹਾਡਾ ਕਲੇਮ ਕੀ ਆ, ਕੀ ਕੇਸ ਆ, ਅਤੇ ਉਹ ਕਿਹੜੀ ਕੋਰਟ ਚੱਲ ਰਿਹਾ, ਕਿੱਥੇ ਚੱਲ ਰਿਹਾ। ਮੈਨੂੰ jpsinghattorney@gmail 'ਤੇ ਭੇਜੋ, ਜਾਂ ਮੇਰੇ ਸੈੱਲ 'ਤੇ ਫੋਨ ਕਰ ਲਓ 9179154142, ਜਾਂ ਮੇਰੇ ਦਫ਼ਤਰਾਂ 'ਚ ਫੋਨ ਕਰੋ ਅਤੇ ਮੈਨੂੰ ਆਪਣੇ ਪੇਪਰ ਭੇਜੋ, ਉਹ ਤੁਹਾਨੂੰ ਦੇਖ ਕੇ ਮੈਂ ਸਲਾਹ ਦੇ ਸਕਦਾ। ਅਗਲਾ ਸਵਾਲ ਹੈ ਜੀ ਕਿ F3 ਕੈਟੇਗਰੀ ਬਾਰੇ ਦੱਸੋ। F3 ਕੈਟੇਗਰੀ ਬਾਰੇ ਦੱਸ ਕੇ ਹਟਿਆ ਜੀ ਕਿ 22 ਨਵੰਬਰ 2008 ਚੱਲ ਰਿਹਾ, ਕਾਫੀ ਸਲੋ ਆ, ਡਿਲੇ ਆ। ਇਹਦੇ ਬਾਰੇ ਮੈਂ ਸੈਨੇਟਰ ਕੋਰੀ ਬੁੱਕਰ ਨਾਲ ਗੱਲ ਕੀਤੀ ਹੈ, ਮਸਲਾ ਉਠਾਇਆ। ਹੁਣ ਦੇਖੋ ਇਹ ਗੱਲ ਕਿੱਥੇ ਜਾਂਦੀ ਹੈ, ਉਹਨਾਂ ਨਾਲ ਫੋਲੋਅਪ ਦੁਬਾਰਾ ਫੇਰ ਕਰਾਂਗੇ। ਅਗਲਾ ਸਵਾਲ ਹੈ ਜੀ ਕਿ K1 ਵੀਜ਼ੇ ਦਾ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਕੀ ਚੱਲ ਰਿਹਾ। ਦੇਖੋ ਤੁਸੀਂ ਫਿਆਂਸੇ ਵੀਜ਼ੇ ਦੀ ਗੱਲ ਕਰ ਰਹੇ ਹੋ, ਇਹਦੇ 'ਚ ਵੀ ਕਾਫੀ ਜ਼ਿਆਦਾ ਡਿਲੇ ਹੈਗੀ ਆ। ਇਹ ਵੀਜ਼ਾ ਕਿਸੇ ਟਾਈਮ 'ਤੇ 6 ਤੋਂ 8 ਮਹੀਨੇ 'ਚ ਮਿਲ ਜਾਂਦਾ ਸੀ, ਹੁਣ ਇਹਦੇ 'ਚ ਵੀ ਅੱਜ ਕੱਲ੍ਹ ਸਾਲ ਤੋਂ 1.5 ਸਾਲ ਲੱਗ ਰਿਹਾ, ਉਹ ਕਾਫੀ ਜ਼ਿਆਦਾ ਡਿਲੇ ਇਹਦੇ ਵਿੱਚ ਵੀ। ਅਤੇ ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜੇ ਕਿਸੇ ਨੂੰ PD ਮਿਲ ਜਾਂਦੀ ਆ ਤਾਂ ਉਹਦੇ ਕੋਲ ਕੋਈ ਹੋਰ ਤਰੀਕਾ ਹੈ ਪੱਕੇ ਹੋਣ ਦਾ। ਇਹ ਡਿਪੈਂਡ ਕਰੂਗਾ ਜੀ ਉਹਦੇ ਕੇਸ ਦੇ ਉੱਤੇ, ਕੀ ਉਹਦਾ ਕੇਸ ਆ। ਸੋ ਜੇ ਕਿਸੇ ਨੂੰ PD ਮਿਲੀ ਆ, ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ। ਉਹਦਾ ਕੇਸ ਦੇਖ ਕੇ, ਉਹਦੀ ਫਾਈਲ ਦੇਖ ਕੇ, ਉਹਦੀ ਜਿਹੜੀ ਸਾਰੀ ਕੀ ਸਿਚੁਏਸ਼ਨ ਆ ਉਹ ਦੇਖ ਕੇ ਦੱਸ ਸਕਦੇ ਆ ਕਿ ਕੀ ਰਿਲੀਫ ਉਹ ਅਪਲਾਈ ਕਰ ਸਕਦਾ, ਕਿਉਂਕਿ ਹਰੇਕ ਦੀ ਜਿਹੜੀ ਸਿਚੁਏਸ਼ਨ ਹੈਗੀ ਆ ਉਹ
डिफरेंट होंदी है। अगला सवाल है जी कि ये दसो कि ਜਿਹੜਾ ਬਲੱਡ ਰਿਲੇਸ਼ਨ 'ਚ 2010 ਦੇ ਵਿੱਚ ਅਪਲਾਈ ਕੀਤਾ ਸੀ ਤੇ ਕਿੰਨਾ ਟਾਈਮ ਲੱਗੂਗਾ। ਇਹ ਤੁਸੀਂ ਮੇਰਾ ਖਿਆਲ ਆ ਗੱਲ ਕਰ ਰਹੇ ਹੋ F4 ਵੀਜ਼ੇ ਦੀ, ਉਹਦੇ ਚੱਲ ਰਿਹਾ ਜੀ ਸਤੰਬਰ 2005, ਜਿਹੜਾ F3 ਆ ਉਹ ਚੱਲ ਰਿਹਾ 2008। ਸੋ ਜੇ ਤੁਹਾਨੂੰ ਦੋਨਾਂ ਕੈਟੇਗਰੀਆਂ 'ਚ ਟਾਈਮ ਲੱਗੂਗਾ। ਅਗਲਾ ਸਵਾਲ ਹੈ ਜੀ ਕਿ ਮੇਰੇ ਇੱਕ ਕਜ਼ਨ ਬ੍ਰਦਰ ਦੀ ਇੰਟਰਵਿਊ 2 ਅਗਸਤ 2021 ਨੂੰ ਸੈਲਮ ਆਫਿਸ ਸੈਨ ਫਰਾਂਸਿਸਕੋ ਹੋਈ ਸੀ, ਤਾਂ ਕੋਈ ਡਿਸੀਜਨ ਨਹੀਂ ਆਇਆ, ਤੇ ਦੱਸਿਓ ਕਿ ਕੀ ਕੀਤਾ ਜਾ ਸਕਦਾ। ਇਹ ਤਾਂ ਜਾ ਕੇ ਉੱਥੇ ਪਤਾ ਹੀ ਕਰ ਸਕਦੇ ਆ ਜੀ, ਤੇ ਜਾਂ ਤੁਸੀਂ ਇਨਕੁਆਇਰੀ ਪਾ ਸਕਦੇ ਹੋ, ਉਹਨਾਂ ਨੂੰ ਈਮੇਲ ਕਰ ਸਕਦੇ ਹੋ। ਬਾਕੀ ਡਿਸੀਜਨ ਤਾਂ ਕਈ ਵਾਰੀ ਕਾਫੀ ਡਿਲੇ ਹੁੰਦੀ ਆ। ਸੋ ਸੈਲਮ ਆਫਿਸ ਵਾਲੇ ਜਾਂ ਇਹਨੂੰ ਅਪਰੂਵ ਕਰਨਗੇ ਜਾਂ ਕੋਰਟ 'ਚ ਭੇਜਣਗੇ, ਜਾਂ ਕਈ ਵਾਰੀ ਦੁਬਾਰਾ ਬੁਲਾ ਲੈਂਦੇ ਰੀ ਇੰਟਰਵਿਊ ਲਈ ਵੀ। ਸੋ ਇਸ ਕਰਕੇ ਤੁਸੀਂ ਇਹਦੀ ਇਨਕੁਆਇਰੀ ਜਿਹੜੀ ਆ ਉਹ ਪਾ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਤੁਸੀਂ ਗੌਰਮੈਂਟ ਦੇ ਲੀਡਰਾਂ ਨਾਲ ਜ਼ਰੂਰ ਗੱਲ ਕਰੋ ਕਿ ਜਿਹੜੇ F3 ਕੇਸਿਸ ਹੈਗੇ ਜਾਂ F4 ਇਹ ਬਲੌਕ ਹੋਏ ਨੇ। ਬਿਲਕੁਲ ਠੀਕ ਹੈ ਜੀ, ਮੈਂ ਗੱਲ ਕਰਕੇ ਹਟਿਆ, ਪਿਛਲੇ ਹਫਤੇ ਹੀ ਮੇਰੀ ਗੱਲ ਹੋਈ ਹੈ ਸੈਂਟਰ ਕੋਰੀ ਬੁੱਕਰ ਨਾਲ, ਤੇ ਹੁਣ ਮੈਂ ਉਹਨਾਂ ਨੇ ਫਿਰ ਦੁਬਾਰਾ ਪਰਸਿਊ ਕਰਨਾ। ਇਹਨਾਂ ਸਾਰੇ ਇਸ਼ੂਜ਼ ਬਾਰੇ ਗੱਲ ਹੋਈ, ਜਿਹੜੀ ਐਮਬੈਸੀ ਮੂਵ ਕਰਨੀ ਉਹਦੇ ਬਾਰੇ ਵੀ ਹੋਈ ਆ, F3 ਕੇਸਾਂ ਬਾਰੇ ਵੀ ਹੋਈ ਹੈ, F4 ਕੈਟੇਗਰੀ ਬਾਰੇ ਵੀ ਹੋਈ ਹੈ, ਸਾਰਿਆਂ ਬਾਰੇ ਹੋਈ ਹੈ। ਅਗਲਾ ਸਵਾਲ ਹੈ ਜੀ ਕਿ ਰਿਫਿਊਜੀ ਟਰੈਵਲ ਡਾਕੂਮੈਂਟ ਕਿੱਦਾਂ ਬਣ ਸਕਦਾ, ਕੀ ਪ੍ਰੋਸੈਸ ਹੈ। ਇਹਦੇ ਵਾਸਤੇ ਜੀ ਪਹਿਲਾਂ ਤਾਂ ਕੇਸ ਅਸਾਈਲਮ ਦਾ ਪਾਸ ਹੋਇਆ ਹੋਣਾ ਚਾਹੀਦਾ, ਉਸ ਤੋਂ ਬਾਅਦ ਤੁਸੀਂ ਫਿਰ ਇਹਦਾ ਅਪਲਾਈ ਕਰਦੇ ਹੋ, ਤੇ ਜਦੋਂ ਤੁਸੀਂ ਅਪਲਾਈ ਕਰਦੇ ਹੋ ਫਾਰਮ I-131 ਤੇ, ਉਸ ਤੋਂ ਬਾਅਦ ਰਿਫਿਊਜੀ ਟਰੈਵਲ ਡਾਕੂਮੈਂਟ ਜਿਹੜਾ ਉਹ ਆਉਂਦਾ। ਅਗਲਾ ਸਵਾਲ ਹੈ ਜੀ ਕਿ F2B ਜਿਹੜਾ ਹੈਗਾ ਉਹ ਫਰਵਰੀ 2015 'ਚ ਡਾਕੂਮੈਂਟ ਕੁਆਲੀਫਾਈ ਹੋ ਗਏ, ਜੂਨ 21 'ਚ 9 ਮਹੀਨੇ ਦਾ 9ਵੀਂ ਵਾਰੀ ਸਾਨੂੰ 60 ਦਿਨ ਦੀ ਲੈਟਰ ਆਈ ਆ, ਕਿੰਨਾ ਟਾਈਮ ਲੱਗੂਗਾ। F2B ਚੱਲ ਰਿਹਾ ਜੀ 22 ਸਤੰਬਰ 2015, ਪਰ ਉਹ ਜਿਹੜੀ ਬਹੁਤ ਜ਼ਿਆਦਾ ਡਿਲੇ ਆ, ਤੇ ਇਹਦਾ ਹੁਣ ਕੋਈ ਜਿਹੜਾ ਹੈਗਾ ਉਹ ਕਲੀਅਰ ਨਹੀਂ ਹੈ ਕਿ ਕਦੋਂ ਤੱਕ ਡੇਟ ਆਊਗੀ। ਸੋ ਉਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ 60 ਡੇਜ਼ ਦੀ ਲੈਟਰ ਪਾ ਰਹੇ ਆ ਸਾਰਿਆਂ ਨੂੰ, ਪਰ ਉਹ ਕਿੰਨੀ ਕੁ ਦੇਰ ਹੋਰ ਚੱਲਦਾ ਰਹੂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ। ਅਗਲਾ ਸਵਾਲ ਹੈ ਜੀ ਕਿ ਫੈਮਿਲੀ ਅਸਾਈਲਮ ਕੇਸ ਡਿਨਾਈ ਹੋਣ ਤੋਂ ਬਾਅਦ ਮੈਰਿਜ ਕਰਵਾ ਸਕਦੇ ਆ ਕਿਸੇ ਸਿਟੀਜ਼ਨ ਨਾਲ, ਸਾਡੀ ਐਂਟਰੀ ਲੀਗਲ ਆ। ਹਾਂਜੀ ਕਰਾ ਸਕਦੇ ਹੋ, ਪਰ ਮੈਰਿਜ ਵੈਲਿਡ ਹੋਣੀ ਚਾਹੀਦੀ ਆ। ਉਹ ਇਹ ਦੇਖਣਗੇ ਕਿ ਵਿਆਹ ਸੱਚਾ ਕਿ ਨਹੀਂ। ਸੋ ਜੇ ਰੀਅਲ ਮੈਰਿਜ ਆ ਤਾਂ ਕਰਾ ਸਕਦੇ ਹੋ, ਤੇ ਉਸ ਤੋਂ ਬਾਅਦ ਜਿਹੜਾ ਅਸਾਈਲਮ ਕੇਸ ਆ ਜੇ ਉਹਦੀ ਅਪੀਲ ਚੱਲਦੀ ਆ, ਅਪੀਲ ਦੇ ਵਿੱਚ ਫਿਰ ਉਹਨੂੰ ਜੇ ਮਤਲਬ ਪਹਿਲਾਂ I-130 ਪਟੀਸ਼ਨ ਕਰਨੀ ਪਊਗੀ, ਜੇ ਅਪਰੂਵ ਹੋ ਜਾਂਦੀ ਹੈ ਫਿਰ ਉੱਥੇ ਟੇਕਅਪ ਕਰਨਾ ਪਊਗਾ, ਤੇ ਉਹਨੂੰ ਕੇਸ ਨੂੰ ਰਿਮਾਂਡ ਕਰਾਉਣ ਦੀ ਕੋਸ਼ਿਸ਼ ਕਰਨੀ ਪੈਣੀ ਆ। ਪਰ ਫਿਰ ਵਿਆਹ ਜਿਹੜਾ ਹੈਗਾ ਉਹ ਸੱਚਾ ਹੋਣਾ ਚਾਹੀਦਾ। ਸਿਰਫ ਇਸ ਕਰਕੇ ਵਿਆਹ ਨਾ ਕਰਾਇਓ ਵੀ ਅਸਾਈਲਮ ਫੇਲ ਹੋ ਗਿਆ ਤਾਂ ਹੁਣ ਵਿਆਹ ਕਰਾ ਲਈਏ। ਵਿਆਹ ਦਾ ਕੇਸ ਤਾਂ ਹੀ ਕਰਨਾ ਚਾਹੀਦਾ ਜੇ ਕੇਸ ਸੱਚਾ ਹੋਵੇ, ਰੀਅਲ ਮੈਰਿਜ ਹੋਵੇ, ਸਾਰੀ ਉਹਦੀ ਡਾਕੂਮੈਂਟਰੀ ਪ੍ਰੂਫ ਹੋਣ, ਤੁਸੀਂ ਇਕੱਠੇ ਰਹਿੰਦੇ ਹੋ। ਅਗਲਾ ਸਵਾਲ ਹੈ ਜੀ ਕਿ ਮੇਰੇ ਫਾਦਰ ਗ੍ਰੀਨ ਕਾਰਡ ਹੋਲਡਰ ਨੇ, USA ਦੇ, ਪਰ 2015 ਵਿੱਚ ਆ ਗਏ ਸੀ, ਹੁਣ ਉਹ ਟਿਕਟ ਲੈ ਕੇ ਵਾਪਸ ਜਾ ਸਕਦੇ ਆ ਕਿ ਨਹੀਂ। ਇਸ ਤਰ੍ਹਾਂ ਜੀ ਕਿ ਜੇ ਗ੍ਰੀਨ ਕਾਰਡ ਹੋਲਡਰ ਸਾਲ ਤੋਂ ਉੱਤੇ ਬਾਹਰ ਰਹਿ ਜਾਵੇ ਉਹਦਾ ਗ੍ਰੀਨ ਕਾਰਡ ਖਤਮ ਹੋ ਜਾਂਦਾ, ਤੇ ਅੰਬੈਸੀ ਜਿਹੜੀ US ਅੰਬੈਸੀ ਨਾਲ ਕੰਟੈਕਟ ਕਰੋ, ਜੇ ਉਹਨਾਂ ਨੂੰ ਅਲਾਓ ਕਰਦੇ ਆ ਤਾਂ ਜਾ ਸਕਦੇ। ਉੱਦਾਂ ਹੀ ਸਿੱਧਾ ਜੇ ਆਉਣਗੇ ਤਾਂ ਇਹਨਾਂ ਨੂੰ ਪ੍ਰੋਬਲਮ ਆ ਸਕਦੀ ਹੈ, ਕਿਉਂਕਿ ਵਿਦਿਨ 1 ਈਅਰ ਜਿਹੜਾ ਗ੍ਰੀਨ ਕਾਰਡ ਹੋਲਡਰ ਉਹ ਆ ਸਕਦਾ। ਸਾਲ ਤੋਂ ਉੱਤੇ ਇਹਨੂੰ ਪਰਮਿਸ਼ਨ ਲੈਣੀ ਪੈਂਦੀ ਹੈ, ਜੇ ਉਸ ਤੋਂ ਜ਼ਿਆਦਾ ਟਾਈਮ ਉਹ ਰਹਿੰਦਾ ਤਾਂ ਉਹਦਾ ਗ੍ਰੀਨ ਕਾਰਡ ਜਿਹੜਾ ਉਹ ਕੈਂਸਲ ਹੋ ਜਾਂਦਾ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਗੁਰੂ ਘਰ ਤੋਂ ਸਾਡਾ I-160 ਅਪਰੂਵ ਆ, ਅਤੇ ਅਸੀਂ 485 ਅਪਲਾਈ ਕੀਤਾ, ਸਾਡੇ ਬਾਇਓਮੈਟ੍ਰਿਕ ਹੋ ਗਏ April 2022 ਦੇ ਵਿੱਚ, ਕਿੰਨਾ ਟਾਈਮ ਲੱਗੂਗਾ। ਇਹ 'ਚ ਕਾਫੀ ਡਿਲੇ ਹੈ ਜੀ, ਅਤੇ ਇਹਦੇ ਵਿੱਚ ਵੀ ਬਾਕੀ ਜਿਹੜੇ ਸਾਰਿਆਂ ਨੂੰ ਡਿਲੇ ਹੈਗੀ ਆ, ਤਾਂ ਇਹਦੇ 'ਚ ਕੁਝ ਨਹੀਂ ਕਹਿ ਸਕਦੇ ਕਿੰਨਾ ਟਾਈਮ ਲੱਗੂ। ਹੋ ਸਕਦਾ ਸਾਲ ਲੱਗੇ, ਹੋ ਸਕਦਾ 1.5 ਸਾਲ ਲੱਗੇ, ਹੋ ਸਕਦਾ 8 ਮਹੀਨੇ ਲੱਗਣੇ। ਇਹਦੇ ਬਾਰੇ ਕੋਈ ਆਪਾਂ ਕਲੀਅਰ ਕੱਟ ਜਿਹੜਾ ਉਹ ਨਹੀਂ ਕਰ ਸਕਦੇ। ਤੇ ਅੱਜ ਦਾ ਆਖਰੀ ਸਵਾਲ ਹੈ ਜੀ ਕਿ ਮੇਰੀ 17 ਫਰਵਰੀ ਦੀ ਫਾਈਲ ਜਿਹੜੀ ਹੈਗੀ ਆ ਉਹ ਐਕਟੀਵੇਟ ਹੋਈ ਆ 22 'ਚ, ਤੇ ਅਪਰੂਵਲ ਨੂੰ ਕਿੰਨਾ ਟਾਈਮ ਲੱਗੂਗਾ। ਇਹ ਡਿਪੈਂਡ ਕਰਦਾ ਜੀ ਤੁਸੀਂ ਕਿਹੜੀ ਕੈਟੇਗਰੀ 'ਚੋਂ, ਤੇ ਜਿਹਦਾ ਤੁਹਾਡਾ ਵਿਆਹ ਦਾ ਕੇਸ ਆ ਉਹ ਅਪਰੂਵ ਹੋ ਗਿਆ ਉਹਨੂੰ ਵੀ ਸਾਲ 1.5 ਸਾਲ ਲੱਗ ਸਕਦਾ, ਪਰ ਇਹ ਫੇਰ ਡਿਪੈਂਡ ਕਰੂ ਕਿਹੜੀ ਕੈਟੇਗਰੀ ਆ। ਸੋ ਅੱਡ-ਅੱਡ ਕੈਟੇਗਰੀਆਂ ਦਾ ਅੱਡ-ਅੱਡ ਹਿਸਾਬ ਆ, ਪਰ ਡਿਲੇ ਜਿਹੜੀ ਆ ਉਹ ਸਾਰੀਆਂ ਕੈਟੇਗਰੀਆਂ 'ਚ ਹੀ ਹੈ। ਸੋ ਇਹ ਸੀ ਤੁਹਾਡੇ ਸਵਾਲਾਂ ਦੇ ਕੁਝ ਜਵਾਬ, ਤੇ ਕੋਸ਼ਿਸ਼ ਕੀਤੀ ਹੈ ਜਿੰਨੇ ਵੀ ਮੈਂ ਦੇ ਸਕਿਆ। ਤੇ ਅੱਗੇ ਤੋਂ ਵੀ ਤੁਸੀਂ ਜਿਹੜੀ ਆਹ ਵੀਡੀਓ ਦੇ ਥੱਲੇ ਆਪਣੇ ਸਵਾਲ ਜਿਹੜੇ ਆ ਉਹ ਲਿਖ ਕੇ ਭੇਜੋ, ਤੇ ਉਹਦੇ ਮੈਂ ਜਵਾਬ ਦੇਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।